नथ खसम हथ, नक नथ खसम हथ, किरत धके दे, किरत धके दे, किरत धके दे, किरत धके दे। नक नथ खसम हथ, नक नथ खसम हथ, किरत धके दे, किरत धके दे, किरत धके दे, किरत धके दे। जहाँ दाने तहाँ खाने, जहाँ दाने तहाँ खाने, नानका सच है, नानका सच है। किरत धके दे, किरत धके दे, किरत धके दे, किरत धके दे। नक नथ खसम हथ, नक नथ खसम हथ, किरत धके दे, किरत धके दे, किरत धके दे, किरत धके दे। सतनाम वाहिगुरु साहिब जीओ। महला दूजा। नक नथ खसम हथ, किरत धके दे। जहाँ दाने तहाँ खाने, नानका सच है। नक नथ खसम हथ, किरत धके दे। जहाँ दाने तहाँ खाने, नानका सच है। वाहिगुरु जी का खालसा, वाहिगुरु जी की फतेह। सतगुरु गरीब नवाज, लोक परलोक दे रखियक अंतरजामी, श्री गुरु ग्रंथ साहिब महाराज सच्चे पातशाह जी दे पावन दरबार अंदर सुभाएमान गुरु रूप साध संगत जीओ। हर रोज आप जी दूसरे गुरुदेव गुरु अंगद देव जी की पवित्र बाणी, जो कि गुरु ग्रंथ साहिब जी के स्वरूप अंदर श्लोकां दे रूप अंदर सुभाएमान है, आप जी हर रोज सरवण करके जीवन सफल कर रहे हो। अज दे श्लोक अंदर गुरु अंगद देव सच्चे पातशाह जी ने कृपा की, मनुख नूं परमात्मा दे नाल मिल के तुरन दी जाच दसी है। ओदी चाल दे नाल अपनी चाल नूं मिलाउण दी एक जुगत है इस श्लोक अंदर, क्योंकि जिस तरीके दे नाल सानू अकाल पुरख वैगुरु चलाउणा चाहुंदा है,
ਸ਼ਾਇਦ ਮਨੁੱਖ ਉਹਦੇ ਨਾਲ ਸਹਿਮਤ ਨਹੀਂ ਹੈ, ਕਿਉਂਕਿ ਸਾਨੂੰ ਇੱਕ ਮਨ ਮਿਲਿਆ, ਦੂਸਰੇ ਪਾਸੇ ਪਰਮਾਤਮਾ ਦਾ ਹੁਕਮ ਹੈ। ਉਹ ਜਿਹੜਾ ਹੁਕਮ ਹੈ ਉਹ ਗੁਰਬਾਣੀ ਦੇ ਰੂਪ ਅੰਦਰ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ। ਜੋ ਪਰਮਾਤਮਾ ਦੀ ਮਰਜ਼ੀ ਹੈ, ਜੋ ਅਕਾਲ ਪੁਰਖ ਚਾਹੁੰਦਾ ਹੈ ਕਿ ਕਿਵੇਂ ਮਨੁੱਖ ਦਾ ਜੀਵਨ ਚੱਲੇ, ਇੱਕ ਪਾਸੇ ਇਹ ਧੁਰ ਕੀ ਬਾਣੀ, ਗੁਰੂ ਉਪਦੇਸ਼, ਪਰਮਾਤਮਾ ਦੇ ਪੈਗੰਬਰਾਂ ਦਾ ਸੰਦੇਸ਼, ਇਹ ਸਭ ਕੁਝ ਹੈ। ਦੂਸਰੇ ਪਾਸੇ ਮਨੁੱਖ ਦਾ ਮਨ ਹੈ। ਮਨ ਬਾਹਰਲੀ ਦੁਨੀਆ ਨਾਲ ਜੁੜਿਆ ਹੋਣ ਕਰਕੇ ਉਸ ਹੁਕਮ ਦੇ ਨਾਲ ਮਿਲ ਕੇ ਚੱਲਣ ਨੂੰ ਤਿਆਰ ਨਹੀਂ ਹੁੰਦਾ, ਜਿਸ ਕਰਕੇ ਪਰਮਾਤਮਾ ਵਿੱਚ ਤੇ ਜੀਵ ਵਿੱਚ ਖਿੱਚਾਤਾਣ ਪੈਦਾ ਹੋ ਜਾਂਦੀ ਹੈ, ਵਿਰੋਧ ਪੈਦਾ ਹੋ ਜਾਂਦਾ ਹੈ। ਦੋਵਾਂ ਦੀ ਸੁਰ ਨਹੀਂ ਮਿਲਦੀ। ਜਿਵੇਂ ਦੋ ਗਾਉਣ ਵਾਲੇ ਇਕੱਠੇ ਬੈਠ ਜਾਣ, ਗੀਤ ਉਹਨਾਂ ਨੇ ਇੱਕੋ ਗਾਉਣਾ ਹੋਵੇ, ਇੱਕ ਆਪਣੀ ਸੁਰ ਵਿੱਚ ਬੋਲੇ ਤੇ ਦੂਸਰਾ ਵੱਖਰੀ ਸੁਰ ਵਿੱਚ ਗਾਈ ਜਾਏ, ਤੇ ਉਸ ਨੂੰ ਕਹਿੰਦੇ ਨੇ ਇਹ ਦੋਵੇਂ ਇਕੱਠੇ ਨਹੀਂ ਗਾ ਰਹੇ, ਇਹਨਾਂ ਦਾ ਗਾਉਣਾ ਬੇਸੁਰਾ ਹੈ, ਸੁਰ ਤੋਂ ਰਹਿਤ ਮਿਲ ਕੇ ਨਹੀਂ ਗਾਉਂਦੇ, ਵੱਖਰਾ ਵੱਖਰਾ ਰਾਗ ਅਲਾਪ ਰਹੇ ਨੇ। ਧਰਮ ਕਿਸ ਨੂੰ ਕਹਿੰਦੇ ਨੇ ਕਿ ਆਦਮੀ ਨੇ ਇੱਕ ਗੀਤ ਗਾਉਣਾ ਇਸ ਧਰਤੀ ਤੇ ਆ ਕੇ। ਗੀਤ ਦਾ ਅਰਥ ਜੀਵਨ ਜਿਉਣਾ ਹੈ। ਉਹ ਜਿਹੜਾ ਗੀਤ ਹੈ ਉਹ ਕਿਹੜੀ ਸੁਰ ਵਿੱਚ ਗਾਉਣਾ ਹੈ? ਇੱਕ ਪਾਸੇ ਪਰਮਾਤਮਾ ਗਾ ਰਿਹਾ ਹੈ, ਇੱਕ ਪਾਸੇ ਮਨੁੱਖ ਗਾ ਰਿਹਾ ਹੈ, ਪਰ ਇਹ ਮਨੁੱਖ ਉਸ ਪਰਮਾਤਮਾ ਨਾਲ ਮਿਲ ਕੇ ਨਹੀਂ ਗਾ ਰਿਹਾ। ਇਸ ਕਰਕੇ ਇਹਨੂੰ ਕਿਹਾ ਗਿਆ ਅਸੁਰ। ਅਸੁਰ ਦਾ ਮਤਲਬ ਜਿਹਦੇ ਵਿੱਚ ਸੁਰ ਤਾਲ ਨਹੀਂ ਹੈ। ਇਹਨੂੰ ਕਿਹਾ ਗਿਆ ਬੇਤਾਲਾ। ਤੁਸੀਂ ਬਾਣੀ ਵਿੱਚ ਪੜ੍ਹੋਗੇ ਗੁਰੂ ਅਮਰਦਾਸ ਜੀ ਦੇ ਬਚਨ, ਉਹਦੇ ਵਿੱਚ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਨੁੱਖ ਜਿਹੜਾ ਜੀਵਨ ਦਾ ਗੀਤ ਗਾ ਰਿਹਾ ਹੈ ਉਹ ਬੇਤਾਲ ਹੋ ਕੇ ਗਾ ਰਿਹਾ, ਤਾਲ ਵਿੱਚ ਨਹੀਂ ਹੈ, ਸੁਰ ਵਿੱਚ ਨਹੀਂ ਹੈ। ਇਹ ਰਾਗ ਵਿਦਿਆ ਦੇ ਦੋ ਇੱਕ ਗੁਣ ਨੇ, ਸੁਰ ਵਿੱਚ ਹੋਣਾ ਤੇ ਤਾਲ ਵਿੱਚ ਹੋਣਾ। ਜ਼ਿੰਦਗੀ ਬੇਤਾਲ ਹੈ ਤੇ ਸਤਿਗੁਰੂ ਨੇ ਇਹ ਵੀ ਦੱਸਿਆ ਕਿ ਬੇਤਾਲਾ ਕਿਉਂ ਹੈ। ਸਾਹਿਬ ਨੇ ਬਚਨ ਕੀਤੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋਂ, ਕਿਆ ਕਰੇ ਵਿਚਾਰੀਆ। ਜਿਵੇਂ ਆਪਾਂ ਕਹਿੰਦੇ ਆ ਨਾ ਵੀ ਇਹ ਨਵਾਂ ਨਵਾਂ ਗੀਤਕਾਰ ਆਇਆ, ਵਿਚਾਰਾ ਕੀ ਕਰੇ, ਨੂੰ ਗਾਉਣਾ ਹੀ ਨਹੀਂ ਆਉਂਦਾ, ਗਾਉਣ ਦੀ ਜਾਚ ਹੀ ਨਹੀਂ ਹੈ। ਯਤਨ ਕਰੈ ਤਉ ਵੀ ਸੁਰ ਭੰਗ, ਯਤਨ ਕਰਦਾ ਗਾਉਣ ਦਾ ਪਰ ਸਿੱਖਿਆ ਨਹੀਂ ਹੈ, ਇਹਨੇ ਅਭਿਆਸ ਨਹੀਂ ਕੀਤਾ, ਇਸਨੇ ਰਿਆਜ਼ ਨਹੀਂ ਕੀਤਾ, ਇਹਨੂੰ ਪਤਾ ਨਹੀਂ ਕਿਹੜੇ ਢੰਗ ਨਾਲ ਗਾਉਣਾ। ਯਤਨ ਕਰਦਾ ਪਰ ਸੁਰ ਭੰਗ ਹੋ ਜਾਂਦੀ ਹੈ, ਕਿਉਂਕਿ ਉਹਨੂੰ ਸਮਝ ਨਹੀਂ ਆਈ। ਇਸੇ ਤਰ੍ਹਾਂ ਕਿਆ ਕਰੇ ਵਿਚਾਰੀਆ, ਜਿੰਨਾ ਚਿਰ ਲਿਵ ਨਹੀਂ ਆਉਂਦੀ ਅੰਦਰ ਉਹਨਾਂ ਚਿਰ ਵਿਚਾਰਾ ਕਿਵੇਂ ਧਰਮ ਦਾ ਗੀਤ ਗਾਏ। ਲਿਵ ਦਾ ਮਤਲਬ ਇਹ ਨਰਮਾਈ ਵਿੱਚ ਆ ਕੇ ਜਪਿਆ ਹੋਇਆ ਨਾਮ, ਸਖਤੀ ਵਿੱਚ ਨਹੀਂ। ਲਿਵ ਧਾਤ ਦੋਏ ਰਾਹ ਹੈ, ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ। ਲਿਵ ਦਾ ਅਰਥ ਹੈ ਉਹਦੇ ਨਾਲ ਮਿਲ ਕੇ ਚੱਲਣਾ, ਧਾਤ ਦਾ ਅਰਥ ਹੈ ਆਪਣੀ ਮਰਜ਼ੀ ਨਾਲ ਤੁਰਨਾ। ਧਾਤ ਦਾ ਮਤਲਬ ਮਾਇਆ ਕਿਹਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਦੋ ਰਸਤੇ ਨੇ ਸੰਸਾਰ ਦੇ, ਇੱਕ ਲਿਵ ਦਾ ਰਸਤਾ ਹੈ, ਇੱਕ ਧਾਤ ਦਾ ਰਸਤਾ ਹੈ। ਧਾਤ ਦਾ ਮਤਲਬ ਹੈ ਆਪਣੀ ਮਰਜ਼ੀ ਨਾਲ ਤੁਰਨਾ, ਲਿਵ ਦਾ ਮਤਲਬ ਹੈ ਗੁਰੂ ਦੀ ਮਰਜ਼ੀ ਦੇ ਨਾਲ ਮਿਲ ਕੇ, ਪਰਮਾਤਮਾ ਦੇ ਨਾਲ ਮਿਲ ਕੇ ਜਿਉਣਾ। ਉਹਨੂੰ ਕਹਿੰਦੇ ਨੇ ਲਿਵ ਦਾ ਰਸਤਾ ਹੈ। ਲਿਵ ਧਾਤ ਦੋਏ ਰਾਹ ਹੈ। ਧਾਰਮਿਕ ਵਿਅਕਤੀ ਉਹਨੂੰ ਕਹਿੰਦੇ ਨੇ ਜਿਹੜਾ ਲਿਵ ਵਿੱਚ ਆ ਜਾਂਦਾ ਹੈ। ਆ ਲਿਵ ਸ਼ਬਦ ਵੀ ਬੜਾ ਨਰਮ ਜਿਹਾ ਹੈ, ਤੁਸੀਂ ਵੇਖੋ ਇਹਨੂੰ ਮਹਿਸੂਸ ਕਰਕੇ। ਲਿਵ ਜਿਹੜਾ ਲਫ਼ਜ਼ ਹੈ, ਜਿਹੜਾ ਅੱਖਰ ਹੈ, ਜਿਵੇਂ ਦੋ ਸ਼ਬਦ ਨੇ ਨਾ, ਇੱਕ ਵੈਰਾਗ ਇੱਕ ਤਿਆਗ।
ਸ਼ਬਦ ਜਿਹੜਾ ਵਿਗਿਆਨ ਹੈ ਬੜਾ ਡੂੰਘਾ ਹੈ। ਅੱਖਰ ਜਿਹੜੇ ਨੇ ਨਾ, ਇਹ ਬੜੇ ਡੂੰਘਾ ਵਿਗਿਆਨ ਹੈ ਇਹਨਾਂ ਦਾ। ਜਿਵੇਂ ਦੀ ਅਵਸਥਾ ਹੈ ਉਸ ਤਰ੍ਹਾਂ ਦੇ ਅੱਖਰ ਚੁਣੇ ਗਏ ਨੇ। ਵਿਰਾਗ ਸ਼ਬਦ ਮਿੱਠਾ ਜਿਹਾ ਹੈ। ਤਿਆਗ ਸ਼ਬਦ ਤੱਤੇ ਤੋਂ ਲਿਆ ਗਿਆ ਹੈ। ਕੋਈ ਗਰਮ ਚੀਜ਼, ਕੋਈ ਤੱਤੀ, ਜਿਹਦੇ ਵਿੱਚ ਜ਼ੋਰ ਲਾਉਣਾ ਪੈਂਦਾ, ਜਿਹਦੇ ਵਿੱਚ ਸਖਤੀ ਕਰਨੀ ਪੈਂਦੀ, ਅਸੀਂ ਕਹਿੰਦੇ ਇਹਨੂੰ ਤਿਆਗ ਦੇ। ਮਨ ਉਹਨੂੰ ਛੱਡਣਾ ਨਹੀਂ ਚਾਹੁੰਦਾ। ਜਦੋਂ ਧੱਕੇ ਨਾਲ ਤਿਆਗ ਕਰਾਇਆ ਜਾਂਦਾ ਤੇ ਮਨ ਵਿੱਚ ਗਰਦਿਸ਼ ਪੈਦਾ ਹੁੰਦੀ ਹੈ। ਇਸ ਕਰਕੇ ਉਹਨੂੰ ਕਹਿੰਦੇ ਨੇ ਤਿਆਗਣਾ। ਗਰਮ ਸ਼ਬਦ ਹੈ ਤਿਆਗ ਜਿਹੜਾ ਹੈ। ਸ਼ਬਦਾਂ ਦਾ ਸ਼ਬਦ ਜਿਹੜਾ ਹੈ ਉਹਦੀ ਦੇਹ ਵੀ ਹੈ। ਸ਼ਬਦ ਦਾ ਆਪਣਾ ਇੱਕ ਸਰੀਰ ਹੈ, ਭਾਵੇਂ 5 ਤੱਤਾਂ ਦਾ ਨਹੀਂ। ਸ਼ਬਦ ਦਾ ਇੱਕ ਸੁਭਾਅ ਵੀ ਹੈ। ਸੁਭਾਅ ਤੋਂ ਪਤਾ ਲੱਗਦਾ ਹੈ। ਅਸੀਂ ਕਹਿੰਦੇ ਆ ਆਦਮੀ ਬੜਾ ਗਰਮ ਹੈ। ਹੁਣ ਗਰਮ ਉਹਦੇ ਸਰੀਰ ਨੂੰ ਹੱਥ ਲਾ ਕੇ ਵੇਖੋ, ਗਰਮ ਨਹੀਂ ਲੱਗਦਾ। ਉਹਦੇ ਅੰਦਰ ਇੱਕ ਸੁਭਾਅ ਬਣਿਆ ਗਰਮ। ਇਸ ਤਰ੍ਹਾਂ ਵੱਖਰੇ ਵੱਖਰੇ ਜਿਵੇਂ ਮਨੁੱਖਾਂ ਦੇ ਸੁਭਾਅ ਨੇ, ਇਸੇ ਤਰ੍ਹਾਂ ਸ਼ਬਦਾਂ ਦੇ ਵੀ ਸੁਭਾਅ ਨੇ। ਬਾਣੀ ਦੇ ਸੁਭਾਅ ਨੇ ਆਪਣੇ ਆਪ। ਤਾਂ ਗੁਰੂ ਸਾਹਿਬ ਨੇ ਐਵੇਂ ਨਹੀਂ ਚੁਣ ਕੇ ਬਾਣੀਆਂ ਲਾਈਆਂ ਨਿਤਨੇਮ ਦੇ ਅੰਦਰ। ਉਹਨਾਂ ਦੇ ਕੋਈ ਸੁਭਾਅ ਨੇ, ਉਹਨਾਂ ਦਾ ਕੋਈ ਕਾਰਨ ਹੈ, ਉਹਨਾਂ ਦਾ ਸਮਾਂ ਨਿਸ਼ਚਿਤ ਕੀਤਾ ਗਿਆ, ਉਹ ਬਣਾਈਆਂ ਗਈਆਂ ਨੇ ਇਸ ਵਾਸਤੇ, ਉਹਨਾਂ ਦੇ ਸੁਭਾਅ ਨੂੰ ਵੇਖ ਕੇ। ਤਾਂ ਤਿਆਗ ਇੱਕ ਗਰਮ ਸੁਭਾਅ ਦਾ ਸ਼ਬਦ ਹੈ। ਉਹਨੂੰ ਜਦੋਂ ਆਦਮੀ ਕਰੇਗਾ ਤੇ ਅੰਦਰ ਗਰਦਿਸ਼ ਗਰਮ ਹੋਵੇਗਾ। ਵਿਰਾਗ ਦਾ ਅਰਥ ਹੈ ਆਪਣੇ ਆਪ ਛੁੱਟ ਜਾਣਾ। ਉਹਦੇ ਵਿੱਚ ਉਹ ਮਿੱਠਾ ਸ਼ਬਦ। ਇਸੇ ਤਰ੍ਹਾਂ ਲਿਵ ਜਿਹੜਾ ਸ਼ਬਦ ਹੈ, ਲਿਵ ਸ਼ਬਦ ਬਿਲਕੁਲ ਨਰਮ ਜਿਹਾ ਹੈ, ਜਿਵੇਂ ਕੋਈ ਲਿਕਵਿਡ ਤਰਲ ਪਦਾਰਥ ਜਿਹਨੂੰ ਖਾਣ ਦੇ ਨਾਲ ਸਰੀਰ ਤੇ ਬੋਝ ਨਹੀਂ ਪੈਂਦਾ, ਇਉਂ ਕਹਿ ਲਈਏ। ਜਿਵੇਂ ਕੋਈ ਕਮਜ਼ੋਰ ਮਰੀਜ਼ ਹੁੰਦਾ ਹੈ, ਜਿਹਦੇ ਸਰੀਰ ਵਿੱਚ ਭਾਰੀ ਗਜਾ ਨੂੰ ਪਹੁੰਚਾਉਣ ਦੀ ਤਾਕਤ ਨਹੀਂ ਹੁੰਦੀ, ਤੇ ਹਕੀਮ ਉਹਨੂੰ ਕਹਿੰਦਾ ਕੋਈ ਨਰਮ ਜਿਹਾ ਖਾਣਾ ਜਿਹੜਾ ਲਿਕਵਿਡ ਹੈ, ਤੇਰੇ ਸਰੀਰ ਤੇ ਬੋਝ ਨਾ ਪਾਏ। ਲਿਵ ਦਾ ਅਰਥ ਹੈ ਪਰਮਾਤਮਾ ਦੀ ਮਰਜ਼ੀ ਵਿੱਚ ਤੁਰ ਕੇ ਨਾਮ ਜਪਣਾ। ਜੇ ਇਸ ਤਰ੍ਹਾਂ ਨਾਮ ਜਪੇਗਾ ਸਰੀਰ ਤੇ ਅਸਰ ਕੋਈ ਨਹੀਂ ਪਏਗਾ। ਜਿਹੜਾ ਲਿਵ ਵਿੱਚ, ਭਾਣੇ ਵਿੱਚ ਸਮਰਪਿਤ ਹੋ ਕੇ ਸ਼ਰਨ ਦੇ ਅੰਦਰ ਪ੍ਰੇਮ ਨਾਲ, ਇਹ ਲਿਵ ਦੇ ਅੰਗ ਨੇ ਸਾਰੇ, ਹੱਥ ਪੈਰ ਨੇ ਉਸਦੇ। ਜਿਹੜਾ ਇਸ ਤਰ੍ਹਾਂ ਜਪੇਗਾ ਉਹਦਾ ਸਰੀਰ ਬਿਲਕੁਲ ਹਲਕਾ, ਬਿਲਕੁਲ ਹੌਲਾ ਹੋ ਜਾਏਗਾ। ਤੇ ਜਿਹੜਾ ਦੂਸਰੇ ਪਾਸੇ ਧਾਤ ਦੇ ਰਾਹੀਂ ਜਪੇਗਾ, ਜ਼ੋਰ ਨਾਲ, ਮਿਹਨਤ ਕੱਲੀ ਨੂੰ ਆਪਣਾ ਮੁੱਖ ਨਿਸ਼ਾਨਾ ਸਮਝ ਕੇ, ਉਹ ਕ੍ਰੋਧੀ ਹੋ ਜਾਏਗਾ। ਤੁਹਾਡੇ ਸਾਹਮਣੇ ਬੜੇ ਲੋਕ ਨੇ ਜਿਹੜੇ ਬਹੁਤ ਜਪਦੇ ਨੇ, ਬੜਾ ਜ਼ੋਰ ਲਾ ਕੇ ਜਪਦੇ ਨੇ, ਬੜੇ ਕ੍ਰੋਧੀ ਹੋ ਜਾਂਦੇ ਨੇ। ਬੜਾ ਕ੍ਰੋਧ ਆ ਜਾਂਦਾ ਉਹਨਾਂ ਵਿੱਚ। ਔਰ ਬਾਅਦ ਵਿੱਚ ਕੁਝ ਤਾਂ ਉਹਨਾਂ ਵਿੱਚੋਂ ਕਹਿ ਦਿੰਦੇ ਨੇ ਵੀ ਕ੍ਰੋਧ ਬੜਾ ਹੁੰਦਾ ਹੈ। ਕਈ ਉਹਨੂੰ ਕ੍ਰੋਧ ਨੂੰ ਹੀ ਪ੍ਰਾਪਤੀ ਸਮਝ ਲੈਂਦੇ ਨੇ। ਉਹ ਕਹਿੰਦੇ ਨੇ ਜੋਸ਼ ਵਿੱਚ ਰਹਿਣਾ ਬਸ। ਪਰ ਇਹ ਰਸਤੇ ਦੱਸੇ ਗੁਰੂ ਸਾਹਿਬ ਨੇ ਬਾਣੀ ਵਿੱਚ। ਲਿਵ ਧਾਤ ਦੋਏ ਰਾਹ ਹੈ। ਹੁਣ ਇਹਨਾਂ ਉੱਤੇ ਬੰਦਾ ਮਿਹਨਤ ਨਹੀਂ ਕਰਦਾ। ਕਿਸੇ ਵੀ ਚੀਜ਼ ਦੇ ਉੱਤੇ 10-10, 15-15 ਸਾਲ ਬੰਦਾ ਸਟੱਡੀ ਕਰਦਾ ਤਾਂ ਉਹਨੂੰ ਸਮਝ ਆਉਂਦੀ ਹੈ। ਪਰ ਧਰਮ ਉੱਤੇ ਕਿੱਥੇ ਮਿਹਨਤ ਕਰੇ। ਤੁਸੀਂ ਵੇਖਿਆ ਕੋਈ ਵੀ ਕਿਸੇ ਨੇ ਜਾਣਕਾਰੀ ਲੈਣੀ ਹੈ, ਉਹਦੀ ਇੱਕ ਕਲਾਸ ਹੈ, ਉਹਦਾ ਇੱਕ ਸਮਾਂ ਨਿਸ਼ਚਿਤ ਹੈ। ਜੇ ਕਲਾਸ ਤੋਂ ਥੋੜਾ ਜਿਹਾ ਲੇਟ ਹੋ ਗਿਆ ਤਾਂ ਉਹਨੂੰ ਕਲਾਸਰੂਮ ਵਿੱਚ ਨਹੀਂ ਜਾਣ ਦੇਣਗੇ। ਆ ਬਸ ਧਰਮ ਦੀ ਕਲਾਸ ਹੀ ਅਸਾਂ ਇਸ ਤਰ੍ਹਾਂ ਦੀ ਬਣਾ ਦਿੱਤੀ। ਬੰਦਾ ਕਹਿੰਦਾ ਜਦੋਂ ਮਰਜ਼ੀ, ਮੇਰੇ ਤੋਂ ਆਇਆ ਨਹੀਂ ਜੀ ਜਾਂਦਾ, ਸਮਾਂ ਨਹੀਂ ਬਣਦਾ। ਆਏਗਾ ਬਿਲਕੁਲ ਨਹੀਂ, ਔਰ ਠੀਕ ਤਰ੍ਹਾਂ ਨਾਲ ਨਹੀਂ ਆਵੇਗਾ। ਉਹਨੂੰ ਕਲਾਸ ਸਮਝ ਕੇ ਨਹੀਂ ਆਏਗਾ। ਉਹਦੇ ਉੱਤੇ ਪੂਰਾ ਸਮਾਂ ਨਹੀਂ ਲਾਏਗਾ, ਪੂਰੇ ਸਾਲ ਨਹੀਂ ਲਾਏਗਾ, ਧਿਆਨ ਨਹੀਂ ਦੇਏਗਾ। ਤੇ ਉਹਦੇ ਵਿੱਚੋਂ ਇੱਕ ਗੱਲ ਸੁਣੇਗਾ ਤੇ ਉਹਦੇ ਅਰਥ ਆਪਣੇ ਕੱਢ ਲਏਗਾ। ਕਹਿਣ ਲੱਗੇ ਹੁਣ ਦੱਸ ਦਿਓ, ਕਿਰਪਾ ਕਰ ਦਿਓ, ਮੇਰੀ ਸਮਝ ਨਹੀਂ ਆਉਂਦੀ। ਇੱਕ ਦਿਨ ਵਿੱਚ ਸਮਝ ਥੋੜੀ ਆਉਂਦੀ ਹੈ। ਜਿਵੇਂ ਇੱਕ ਵਿਦਿਆਰਥੀ ਨੇ 15 ਸਾਲ ਲਾਏ ਨੇ ਤਾਂ ਉਹਨੂੰ ਕੋਈ ਅਹੁਦਾ, ਕਿਸੇ ਨੇ ਯੋਗਤਾ, ਉਹਦਾ ਕਾਗਜ਼ ਦੇਖ ਕੇ ਕਿਹਾ ਵੀ ਇਹ ਕੰਮ ਕਰੇਗਾ। ਪਰ ਇਹ ਕਿੱਧਰ ਦੀ ਕਲਾਸ ਸਾਡੀ 15-20 ਮਿੰਟ ਵਿੱਚ ਅਸੀਂ ਉਹਦੇ ਵਿੱਚ ਵੀ ਕਈ ਹੋਰ ਨਾਲ ਕੰਮ ਕਰਨੇ। ਬੜਾ ਇਉਂ ਕਹਿ ਲਈ ਵੀ ਧਰਮ ਦਾ ਮਾਰਗ ਅਸੀਂ ਬਿਲਕੁਲ ਇੱਕ ਮੇਲਾ ਪ੍ਰਸਤੀ ਬਣਾ ਕੇ ਰੱਖ ਦਿੱਤਾ ਹੈ। ਉਹਦੇ ਵਿੱਚ ਕੋਈ ਸੰਵਿਧਾਨ ਨਹੀਂ ਰੱਖਿਆ, ਕੋਈ ਜੁਗਤ ਨਹੀਂ।
ਜੋ ਵੀ ਸਾਡੇ ਧਰਮ ਦੇ ਕਰਮ ਚੱਲ ਰਹੇ ਨੇ ਉਹਨਾਂ ਵਿੱਚ ਕੋਈ ਸਿਸਟਮ ਨਹੀਂ ਹੈ। ਉਹਨਾਂ ਵਿੱਚ ਸਿਰਫ ਆਉਣਾ ਜਾਣਾ, ਇੱਕ ਪੂਜਾ ਪ੍ਰਸਤੀ, ਇੱਕ ਮਾਇਆ ਦਾ ਜਾਲ ਚੱਕਰ ਔਰ ਆਪਣੇ ਮਨ ਦੀ ਝੂਠੀ ਤਸੱਲੀ ਕਰਾਉਣਾ, ਇਸ ਨੂੰ ਅਸੀਂ ਧਰਮ ਬਣਾ ਦਿੱਤਾ ਹੈ। ਜਿਸ ਦਿਨ ਆਦਮੀ ਜੀਵਨ ਦੇ ਵਿੱਚ ਆਰੰਭ ਵਿੱਚ ਧਰਮ ਦੀ ਕਲਾਸ ਸ਼ੁਰੂ ਕਰ ਦੇਗਾ, ਕੋਈ ਸਮਾਂ ਲਾਏਗਾ 5, 7, 10 ਸਾਲ, ਪੂਰੀ ਤਰਤੀਬ ਨਾਲ ਤੁਰੇਗਾ, ਪੂਰਾ ਸਮਾਂ ਦੇਗਾ ਉਸ ਨੂੰ, ਤਾਂ 5, 7, 10 ਸਾਲਾਂ ਬਾਅਦ ਉਹਨੂੰ ਕੁਝ ਚੀਜ਼ਾਂ ਸਮਝ ਵਿੱਚ ਆਉਣੀਆਂ ਸ਼ੁਰੂ ਹੋ ਜਾਣਗੀਆਂ ਵੀ ਇਹ ਕੀ ਹੈ, ਇਹ ਕਿਵੇਂ ਵਾਪਰਦੀਆਂ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਕੀ ਕਿਹਾ। ਪਰ ਜਦੋਂ ਸਮਾਂ ਹੀ ਨਹੀਂ ਕੱਢਿਆ ਜਾਂਦਾ ਜਾਂ ਠੀਕ ਤਰੀਕਾ ਨਹੀਂ ਅਪਣਾਇਆ ਜਾਂਦਾ, ਉਹਦੇ ਵਿੱਚੋਂ ਮਿਲਦਾ ਕੁਝ ਨਹੀਂ। ਤੇ ਗੁਰੂ ਸਾਹਿਬ ਨੇ ਤਾਂ ਕਿਹਾ ਸੀ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓੜ ਤੁਹਾਰੀ। ਇਸ ਲਈ ਲਿਵ ਜਿਹੜੀ ਹੈ, ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਸਾਚੀ ਲਿਵੈ ਬਿਨ ਦੇਹ ਨਿਮਾਣੀ। ਧਾਰਮਿਕ ਬੰਦੇ ਦੀ ਦੇਹ ਲਿਵ ਤੋਂ ਬਿਨਾ ਕੰਮ ਨਹੀਂ ਕਰਦੀ ਠੀਕ, ਉਹ ਖਿਜਿਆ ਜਾ ਰਹੇਗਾ, ਉਹਨੂੰ ਪ੍ਰਾਪਤੀ ਨਹੀਂ ਹੋਵੇਗੀ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋਂ, ਕਿਆ ਕਰੇ ਵਿਚਾਰੀਆ। ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ। ਮੇਰੇ ਤੇ ਕਿਰਪਾ ਕਰ, ਮੇਰੇ ਵਿੱਚ ਸਮਰੱਥਾ ਨਹੀਂ ਗੀਤ ਗਾਉਣ ਦੀ। ਇਸ ਨੂੰ ਹੋਰ ਥਾਂ ਨਾਹੀ, ਕੋਈ ਥਾਂ ਨਹੀਂ ਹੋਰ ਸਿੱਖ ਦਾ। ਇਹ ਸ਼ਬਦ ਵੇਖੋ ਬਹੁਤ ਪਿਆਰਾ ਹੈ। ਇਸ ਨੂੰ ਹੋਰ ਥਾਂ ਨਾਹੀ, ਸ਼ਬਦ ਲਾਗ ਸਵਾਰੀਆ। ਸਿੱਖ ਜੇ ਲੱਗੇ ਤਾਂ ਸ਼ਬਦ ਦੁਆਰਾ ਹੀ ਸੁਧਰ ਸਕਦਾ ਹੈ, ਨਾ ਗਿਆਨ ਦੁਆਰਾ, ਨਾ ਕਿਸੇ ਹੋਰ ਚੀਜ਼ ਦੁਆਰਾ, ਨਾ ਆਪਣੀ ਮਤ ਦੁਆਰਾ। ਜੇ ਕਿਤੇ ਜੀਵਨ ਵਿੱਚ ਬੰਦੇ ਦੇ ਸੁਧਾਰ ਹੋਣਾ ਹੈ, ਉਹਨੇ ਸਵਾਰਿਆ ਜਾਣਾ ਹੈ, ਉਹਨੇ ਉੱਚਾ ਹੋਣਾ ਹੈ ਜੀਵਨ ਦੇ ਅੰਦਰ, ਰਸਤਾ ਹੀ ਇੱਕੋ ਹੈ ਕਿ ਇਸ ਨੂੰ ਹੋਰ ਥਾਂ ਨਹੀਂ, ਕੋਈ ਥਾਂ ਹੋਰ ਨਹੀਂ ਹੈ। ਸ਼ਬਦ ਨਾਲ ਜੁੜ ਕੇ ਸਵਾਰਿਆ ਜਾਏਗਾ ਮਨੁੱਖ, ਸ਼ਬਦ ਨਾਲ, ਗੁਰਦੁਆਰੇ ਦੀ ਇਮਾਰਤ ਨਾਲ ਨਹੀਂ। ਖਿਆਲ ਰੱਖਣਾ, ਜਿਹੜਾ ਸ਼ਬਦ ਹੈ ਨਾ ਵਿੱਚ ਮੇਨ, ਇੱਕ ਗੁਰਦੁਆਰਾ ਹੈ, ਇੱਕ ਗੁਰੂ ਹੈ, ਇੱਕ ਗੁਰੂ ਦਾ ਸ਼ਬਦ ਹੈ। ਅਸੀਂ ਕਿੱਥੇ ਖੜੇ ਹਾਂ? ਇੱਕ ਗੁਰਦੁਆਰਾ ਹੈ, ਇੱਕ ਉਹ ਸਥਾਨ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਨੇ, ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਹੈ ਜਿਹੜਾ ਕੰਨਾਂ ਵਿੱਚ ਪੈ ਰਿਹਾ। ਤਾਂ ਇਮਾਰਤ ਗੁਰਦੁਆਰਾ ਨਹੀਂ ਹੁੰਦਾ। ਇਹ ਗੁਰਦੁਆਰਾ ਕਿੰਨਾ ਵੱਡਾ ਹੈ? ਗੁਰਦੁਆਰਾ ਕਦੀ ਵੱਡਾ ਨਹੀਂ ਹੁੰਦਾ, ਗੁਰਦੁਆਰਾ ਤੇ ਸ਼ਬਦ ਨਾਲ ਵੱਡਾ ਹੁੰਦਾ ਹੈ। ਜੇ ਸ਼ਬਦ ਹੈ ਤੇ ਗੁਰਦੁਆਰਾ ਹੈ, ਨਹੀਂ ਤੇ ਕੁਝ ਵੀ ਨਹੀਂ ਉਸ ਥਾਂ ਤੇ। ਪਰ ਬੇਨਤੀ ਕਰ ਰਿਹਾ ਸੀ, ਇਸ ਨੂੰ ਹੋਰ ਥਾਂ ਨਹੀਂ, ਤੂੰ ਹੋਰ ਥਾਂ ਤੇ ਨਾ ਸੁਰਤ ਨੂੰ ਲਾ। ਸ਼ਬਦ ਲਾਗ ਸਵਾਰੀਆ। ਇਸ ਤਰ੍ਹਾਂ ਸ਼ਬਦ ਦੇ ਨਾਲ ਜੁੜ ਕੇ ਲਿਵ ਦੇ ਰਸਤੇ ਤੇ ਜਾ ਕੇ, ਦੋ ਰਸਤੇ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਸਨ, ਲਿਵ ਤੇ ਧਾਤ। ਲਿਵ ਦੇ ਰਸਤੇ ਰਾਹੀਂ ਜਦੋਂ ਨਾਮ ਜਪੀਏ, ਪਰਮਾਤਮਾ ਨੂੰ ਯਾਦ ਕਰੀਏ, ਉਦੋਂ ਪ੍ਰੇਮ ਦੇ ਅਵਸਥਾ ਵਿੱਚ ਨਾਮ ਜਪਿਆ ਜਾਏਗਾ। ਜਦੋਂ ਧਾਤ ਦੇ ਰਸਤੇ ਅਸੀਂ ਜਪਾਂਗੇ, ਉਹ ਸੰਸਾਰੀ ਬਿਰਤੀ ਹੋ ਜਾਏਗੀ, ਉਹਦੇ ਵਿੱਚ ਪ੍ਰਾਪਤੀ ਨਹੀਂ ਹੋਏਗੀ। ਤਾਂ ਗੁਰੂ ਸਾਹਿਬ ਨੇ ਬਚਨ ਕੀਤੇ ਕਿ ਪਰਮਾਤਮਾ ਜਿਸ ਢੰਗ ਨਾਲ ਸਾਨੂੰ ਰੱਖਣਾ ਚਾਹੁੰਦਾ ਹੈ, ਅਸੀਂ ਉਸ ਢੰਗ ਨਾਲ ਰਹਿੰਦੇ ਨਹੀਂ। ਇਹ ਜਿਹੜਾ ਤਾਲਮੇਲ ਨਹੀਂ ਬਣਦਾ, ਉਸ ਨੂੰ ਆਪਾਂ ਕਹਿੰਦੇ ਹਾਂ ਦੁੱਖ ਹੈ ਜੀਵਨ ਦਾ। ਦੋਵਾਂ ਦੀ ਚਾਲ ਨਹੀਂ ਮਿਲਦੀ, ਬੇਤਾਲਾ ਹੋ ਕੇ ਗਾਉਂਦਾ। ਮੈਂ ਉਦਾਹਰਨ ਦਿੱਤੀ ਸੀ, ਦੋ ਗਾਉਣ ਵਾਲੇ ਜਦੋਂ ਵੱਖਰੇ ਵੱਖਰੇ ਗਾਉਣੇ ਸ਼ੁਰੂ ਹੋ ਜਾਣ ਤੇ ਬੇਰਸੀ ਪੈਦਾ ਹੋ ਜਾਂਦੀ ਏ। ਇਸੇ ਤਰ੍ਹਾਂ ਪਰਮਾਤਮਾ ਜਿਵੇਂ ਗਾ ਰਿਹਾ ਹੈ, ਜਦੋਂ ਅਸੀਂ ਉਹਦੇ ਤੋਂ ਵੱਖਰਾ ਗਾਉਂਦੇ ਹਾਂ, ਜੀਵਨ ਜਿਉਂਦੇ ਹਾਂ, ਤਾਂ ਉਸ ਵੇਲੇ ਬੇਰਸੀ ਪੈਦਾ ਹੋ ਜਾਂਦੀ ਹੈ। ਉਸ ਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਫਿਰੈ ਜੋ ਬੇਤਾਲਿਆ। ਬੇਤਾਲ ਹੋ ਕੇ ਜੀਵਨ ਚੱਲ ਰਿਹਾ, ਤਾਲ ਤੋਂ ਰਹਿਤ ਹੈ, ਸੁਰ ਤੋਂ ਰਹਿਤ ਹੈ, ਸੰਵਿਧਾਨ ਤੋਂ ਰਹਿਤ ਹੈ। ਤਾਂ ਜਿੰਨਾ ਚਿਰ ਤਾਲ ਵਿੱਚ ਨਹੀਂ ਆਉਂਦੇ, ਅੱਜ ਗੁਰੂ ਸਾਹਿਬ ਨੇ, ਗੁਰੂ ਅੰਗਦ ਦੇਵ ਜੀ ਨੇ ਬਚਨ ਕੀਤੇ, ਕਹਿਣ ਲੱਗੇ, ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਇਹਦੇ ਅੰਦਰ ਗੁਰੂ ਅੰਗਦ ਦੇਵ ਜੀ ਨੇ ਇੱਕ ਜੁਗਤ ਦੱਸੀ ਕਿ ਜ਼ਿੰਦਗੀ ਦੇ ਵਿੱਚ ਤੂੰ ਉਹਦੇ ਹੁਕਮ ਦੇ ਵਿੱਚ ਰਹਿਣ ਦੀ ਜਾਚ ਸਿੱਖ ਲੈ। ਤੇਰੇ ਨੱਕ ਵਿੱਚ ਉਹਨੇ ਨੱਥ ਪਾਈ ਹੋਈ ਹੈ, ਵੇਖ ਉਹਨੂੰ ਕਦੀ ਵੇਖਿਆ?
ਕਦੀ ਹੱਥ ਮਾਰ ਕੇ ਵੇਖਿਆ ਮੂੰਹ ਤੇ ਨੱਕ ਤੇ ਨੱਥ ਪਈ ਹੋਈ ਹੈ ਕਿ ਨਹੀਂ? ਕਿਤੇ ਕਿਤੇ ਪਾਈ ਹੋਈ ਹੈ ਉਸਨੇ ਨੱਥ। ਹੁਣ ਇੱਥੇ ਦੋ ਲਫ਼ਜ਼ ਨੇ, ਧਿਆਨ ਦੇਣਾ, ਬੜਾ ਵੱਡਾ ਇਹ ਵਿਰੋਧ ਹੈ। ਲਫ਼ਜ਼ ਦੋ ਨੇ, ਨੱਕ ਨੱਥ, ਖਸਮ ਹੱਥ। ਸਾਡੇ ਜੀਵਨ ਨੂੰ ਪਰਮਾਤਮਾ ਨੇ ਸਾਡੇ ਨੱਕ ਵਿੱਚ ਨਕੇਲ ਪਾਈ ਹੋਈ ਹੈ, ਨੱਥ ਪਾਈ ਹੋਈ ਹੈ, ਖਸਮ ਹੱਥ, ਔਰ ਉਹਨੇ ਉਸ ਨਕੇਲ ਨੂੰ ਆਪਣੇ ਹੱਥ ਵਿੱਚ ਫੜਿਆ ਹੋਇਆ ਹੈ। ਇਹ ਜਿਹੜਾ ਪਹਿਲਾ ਹਿੱਸਾ ਹੈ ਇਸ ਪੰਕਤੀ ਦਾ, ਇਹ ਦੱਸਦਾ ਵੀ ਜਿੱਧਰ ਪਰਮਾਤਮਾ ਨੇ ਖਿੱਚਿਆ ਤੈਨੂੰ ਜਾਣਾ ਪੈਣਾ ਹੈ, ਉਹਨੇ ਕਰਾ ਦੇਣਾ ਉਸੇ ਤਰ੍ਹਾਂ। ਇਹ ਬਿਲਕੁਲ ਸੱਚਾਈ ਹੈ, ਪਰ ਇਹਦੇ ਵਿੱਚ ਧਿਆਨ ਦੇਣਾ। ਅਗਲਾ ਲਫ਼ਜ਼ ਹੈ ਕਿਰਤ, ਧੱਕੇ ਦੇ। ਕਿਰਤ ਕਹਿੰਦੇ ਨੇ ਬੰਦੇ ਦੇ ਜਿਹੜੇ ਕਰਮ ਹੁੰਦੇ ਨੇ। ਇੱਕ ਉਹਦੀ ਨੱਥ ਪਰਮਾਤਮਾ ਦੇ ਹੱਥ ਵਿੱਚ ਹੈ ਤੇ ਧੱਕੇ ਇਸ ਨੂੰ ਕਰਮ ਦੇ ਰਹੇ ਨੇ। ਦੋ ਚੀਜ਼ਾਂ ਇਕੱਠੀਆਂ ਹੋ ਗਈਆਂ। ਇੱਕ ਪਾਸੇ ਪਰਮਾਤਮਾ ਨੇ ਨੱਥ ਪਾਈ ਹੈ ਸਾਡੇ ਨੱਕ ਵਿੱਚ, ਉਹ ਖਿੱਚਦਾ ਵੀ ਇੱਧਰ ਚੱਲ ਇੱਧਰ ਚੱਲ, ਤੇ ਦੂਸਰੇ ਪਾਸੇ ਜਿਹੜੇ ਕਰਮ ਨੇ ਉਹ ਸੋਟੀ ਲੈ ਕੇ ਸਾਡੇ ਪਿੱਛੇ ਧੱਕਣ ਵਾਸਤੇ ਲੱਗੇ ਨੇ ਵੀ ਤੁਹਾਨੂੰ ਇੱਧਰ ਜਾਣਾ ਪਏਗਾ, ਕਰਮ ਨੇ। ਦੋ ਚੀਜ਼ਾਂ ਇਕੱਠੀਆਂ ਹੋ ਗਈਆਂ। ਨੱਥ ਪਾਉਣ ਵਾਲਾ ਕਈ ਤਰੀਕੇ ਵਰਤਦਾ ਹੈ, ਧਿਆਨ ਦਿਓ। ਨੱਥ ਦੇ ਪਹਿਲਾਂ ਮੈਂ ਥੋੜ੍ਹੇ ਜਿਹੇ ਅਰਥ ਕਰ ਦਿਆਂ। ਜਿਵੇਂ ਕਿਸੇ ਬੈਲ ਨੂੰ, ਬਲਦ ਨੂੰ ਚਲਾਉਣ ਵਾਸਤੇ, ਉਹਨੂੰ ਕਾਬੂ ਕਰਨ ਵਾਸਤੇ ਜ਼ਿਮੀਂਦਾਰ ਨੇ ਜਦੋਂ ਉਹਨੂੰ ਹਲ ਵਿੱਚ ਕਿਸੇ ਕੰਮ ਵਿੱਚ ਪਾਉਣਾ ਹੁੰਦਾ ਹੈ ਤੇ ਉਹਦੀ ਨਾਸ਼ਕਾ ਵਿੱਚ, ਉਹਦੇ ਨੱਕ ਦੇ ਵਿੱਚੋਂ ਦੀ ਸੂਏ ਦੇ ਨਾਲ ਮੋਰੀ ਕੱਢ ਕੇ ਉਹਦੇ ਵਿੱਚ ਰੱਸੀ ਪਾ ਦਿੰਦਾ ਹੈ। ਫਿਰ ਉਹ ਰੱਸੀ ਉਹਦੇ ਸਿੰਗਾਂ ਦੇ ਦੁਆਲੇ, ਸਿਰ ਦੇ ਦੁਆਲੇ ਬੰਨ੍ਹ ਕੇ ਇੱਕ ਰੱਸੀ ਫੜ ਕੇ ਤੇ ਆਪ ਪਿੱਛੇ ਬੈਠ ਜਾਂਦਾ ਉਹਦੇ। ਉਸ ਰੱਸੀ ਦੇ ਇਸ਼ਾਰੇ ਨਾਲ ਉਹ ਬਲਦ ਜਾਂ ਉਹ ਘੋੜਾ ਜਿਹੜਾ ਜਿਹਨੂੰ ਕੜਜਾਲਾ ਪਾਇਆ ਗਿਆ ਉਹ ਤੁਰਦਾ ਹੈ। ਉਹਨੂੰ ਕਹਿੰਦੇ ਨੇ ਨੱਥ ਪਾਈ ਹੋਈ। ਹੁਣ ਨੱਥ ਪਾਉਣ ਵਾਲਾ ਜਾਨਵਰ ਕਈ ਤਰ੍ਹਾਂ ਦੇ ਨੇ, ਬਲਦ ਕਈ ਤਰ੍ਹਾਂ ਦੇ ਨੇ। ਇੱਕ ਤਾਂ ਸਿਆਣੇ ਨੇ ਕਿ ਜਿਨ੍ਹਾਂ ਦੇ ਨੱਕ ਵਿੱਚ ਨੱਥ ਪਈ ਹੈ ਤੇ ਜਿਹੜਾ ਪਿੱਛੇ ਜ਼ਿਮੀਂਦਾਰ ਉਹਨਾਂ ਨੂੰ ਤੋਰ ਰਿਹਾ ਪਿੱਛੇ ਬਹਿ ਕੇ, ਉਹ ਥੋੜਾ ਜਿਹਾ ਉਹ ਰੱਸਾ ਹਿਲਾਉਂਦਾ ਹੈ ਤੇ ਉਧਰ ਹੀ ਮੁੜ ਜਾਂਦੇ ਨੇ, ਉਹਦੇ ਅਧੀਨ ਚੱਲਦੇ ਨੇ। ਬੜੇ ਸੁਖੀ ਨੇ, ਬੜੇ ਸਿਆਣੇ ਹੁੰਦੇ ਨੇ ਉਹ ਬਲਦ ਜਿਹੜੇ। ਪਹਿਲੀ ਤਰ੍ਹਾਂ ਦੇ ਤੇ ਉਹ ਨੇ। ਦੂਸਰੀ ਤਰ੍ਹਾਂ ਦੇ ਜਿਹੜੇ ਬਲਦ ਨੇ ਉਹ ਕੱਲੀ ਨੱਥ ਨਾਲ ਨਹੀਂ ਮੁੜਦੇ, ਕੱਲੇ ਰੱਸੇ ਨਾਲ ਨਹੀਂ ਮੁੜਦੇ। ਉਹਨਾਂ ਨੂੰ ਪਿੱਛੋਂ ਦਬਕਾ ਦੇਣਾ ਪੈਂਦਾ, ਜ਼ਿਮੀਂਦਾਰ ਨੂੰ ਸ਼ਬਦ ਬੋਲਣੇ ਪੈਂਦੇ ਵੀ ਇੱਧਰ ਹੋ ਉੱਧਰ ਹੋ। ਉਹ ਭਾਸ਼ਾ ਸਮਝਦੇ ਨੇ, ਉਹ ਨੱਥ ਨੂੰ ਨਹੀਂ ਸਮਝਦੇ। ਉਹ ਦੂਸਰੀ ਤਰ੍ਹਾਂ ਦੇ ਬਲਦ ਨੇ। ਉਹ ਕੱਲੀ ਰੱਸੇ ਦੇ ਨਾਲ, ਨੱਥ ਨਾਲ ਨਹੀਂ ਤੁਰਦੇ। ਉਹਨਾਂ ਨੂੰ ਸ਼ਬਦ ਬੋਲਣੇ ਪੈਂਦੇ ਕਿ ਹੁਣ ਇੱਧਰ ਨੂੰ ਤੁਰ, ਇੱਧਰ ਨੂੰ, ਭਾਸ਼ਾ ਸਮਝਦੇ ਨੇ। ਤੀਸਰੀ ਤਰ੍ਹਾਂ ਦੇ ਉਹ ਬਲਦ ਨੇ ਜਿਹੜੇ ਭਾਸ਼ਾ ਵੀ ਨਹੀਂ ਸਮਝਦੇ। ਜ਼ਿਮੀਂਦਾਰ ਦੇ ਕੋਲ ਉਹਨਾਂ ਨੂੰ ਚਲਾਉਣ ਵਾਸਤੇ ਸੋਟੀ ਹੁੰਦੀ ਹੈ, ਡਾਂਗ ਹੁੰਦੀ ਹੈ, ਉਹ ਸੋਟੀ ਮਾਰਦੇ ਨੇ ਤੇ ਤਾਂ ਉਹ ਤੁਰਦੇ ਨੇ। ਉਹਨਾਂ ਨੂੰ ਤੋਰਨ ਦਾ ਤਰੀਕਾ ਇਹ ਹੁੰਦਾ ਹੈ। ਉਹ ਤੀਜੀ ਤਰ੍ਹਾਂ ਦੇ ਨੇ। ਇਸੇ ਤਰ੍ਹਾਂ ਪਹਿਲੀ ਤਰ੍ਹਾਂ ਦੇ ਮਨੁੱਖ ਜਿਹੜੇ ਨਾ, ਜਿਹੜੇ ਪਰਮਾਤਮਾ ਦੇ ਨਾਮ ਨਾਲ ਜੁੜ ਗਏ, ਉਹਦੇ ਵਿੱਚ ਲੀਨ ਹੋ ਗਏ, ਤਾਂ ਉਹ ਤੇ ਉਹਨਾਂ ਨੂੰ ਤੇ ਲਫ਼ਜ਼ ਵੀ ਨਹੀਂ ਕਹਿਣੇ ਪੈਂਦੇ ਵੀ ਕਿਵੇਂ ਕਰਨਾ। ਉਹ ਗੁਰੂ ਦੇ ਇਸ਼ਾਰੇ ਨਾਲ ਹੀ ਕੰਮ ਕਰਨ ਲੱਗ ਪੈਂਦੇ ਨੇ। ਥੋੜਾ ਜਿਹਾ ਗੁਰੂ ਰੱਸਾ ਹਿਲਾਉਂਦਾ ਵੀ ਇੱਧਰ ਤੁਰਨਾ, ਆਪਣੇ ਆਪ ਉਹਨਾਂ ਨੂੰ ਸਮਝ ਆ ਜਾਂਦੀ। ਉਹਨਾਂ ਨੂੰ ਕਹਿੰਦੇ ਨੇ ਵਿਵੇਕ ਬੁੱਧੀ ਵਾਲੇ ਮਨੁੱਖ। ਉਹਨਾਂ ਨੂੰ ਬਾਹਰੋਂ ਹੁਕਮ ਨਹੀਂ ਸੁਣਨਾ ਪੈਂਦਾ। ਐਸੇ ਵੀ ਮਨੁੱਖ ਹੈਣ ਧਰਮ ਦੇ ਅੰਦਰ ਜਿਨ੍ਹਾਂ ਨੂੰ ਆਪਣੇ ਧਾਰਮਿਕ ਗ੍ਰੰਥ ਦੇ ਵਿੱਚੋਂ ਨਹੀਂ ਪੜ੍ਹਨਾ ਪੈਂਦਾ ਵੀ ਜ਼ਿੰਦਗੀ ਕਿਵੇਂ ਜਿਉਣੀ ਹੈ, ਲੋੜ ਨਹੀਂ ਪੈਂਦੀ ਉਹਨਾਂ ਨੂੰ। ਉਹਦਾ ਕੀ ਕਾਰਨ ਹੈ? ਕਿਉਂਕਿ ਜਿੱਥੋਂ ਉਹ ਸਾਰਾ ਗਿਆਨ ਆਇਆ ਨਾ, ਨਾਮ ਦੇ ਵਿੱਚੋਂ ਹੀ ਸਾਰਾ ਗਿਆਨ ਪੈਦਾ ਹੋਇਆ ਨਾ, ਤਾਂ ਉਹ ਜਿਹੜਾ ਨਾਮ ਹੈ ਉਹਨਾਂ ਵਿੱਚ ਪ੍ਰਗਟ ਹੋ ਜਾਂਦਾ ਹੈ। ਉਹਨਾਂ ਦੇ ਵਿੱਚੋਂ ਪ੍ਰਗਟ ਹੋ ਕੇ ਉਹਨਾਂ ਨੂੰ ਦੱਸਣ ਲੱਗ ਪੈਂਦਾ ਹੈ ਕਿ ਹੁਣ ਤੂੰ ਕਿੱਧਰ ਜਾਣਾ ਹੈ, ਹੁਣ ਤੂੰ ਕਿਹੜੇ ਪਾਸੇ ਜਾਣਾ ਹੈ। ਉਹਨਾਂ ਨੂੰ ਰਸਤਾ ਅੰਦਰੋਂ ਹੀ ਮਿਲੀ ਜਾਏਗਾ। ਉਹਨਾਂ ਦੀ ਵਿਵੇਕ ਬੁੱਧੀ ਜਾਗ ਪੈਂਦੀ। ਉਹ ਪਹਿਲੀ ਤਰ੍ਹਾਂ ਦੇ ਮਨੁੱਖ ਨੇ। ਉਹ ਆਪਣੀ ਨੱਥ ਨੂੰ ਸਮਝ ਲੈਂਦੇ, ਪਰਮਾਤਮਾ ਦੇ ਭਾਣੇ ਦੇ ਵਿੱਚ ਜਿਉਣ ਲੱਗ ਪੈਂਦੇ ਨੇ। ਉਸੇ ਤਰ੍ਹਾਂ ਹੀ ਕਰਦੇ ਨੇ ਜਿਵੇਂ ਉਹ ਕਰਾਉਂਦਾ ਹੈ। ਪਰ ਇੱਕ ਗੱਲ ਯਾਦ ਰੱਖਣਾ, ਇਹ ਸੰਵਿਧਾਨ ਦੂਜੇ ਬਲਦਾਂ ਦੇ ਕੰਮ ਨਹੀਂ ਆਏਗਾ ਜਿਹੜੇ ਬੜੇ ਬੇਕਾਰ ਨੇ। ਉਹਨਾਂ ਨੂੰ
ਭਾਸ਼ਾ ਚਾਹੀਦੀ ਬੜੀ ਸਖਤ। ਅਸੀਂ ਕਈ ਵਾਰੀ ਕਹਿੰਦੇ ਹਾਂ ਮੇਰੇ ਤੋਂ ਇਹ ਇੱਕ ਚੰਗਾ ਵਿਚਾਰ ਹੈ ਕਿ ਜਿਵੇਂ ਮੇਰੇ ਤੋਂ ਕਰਾ ਰਿਹਾ ਮੈਂ ਉਹ ਹੀ ਕਰ ਰਿਹਾ, ਉਹ ਹੀ ਸਭ ਕੁਝ ਕਰਾ ਰਿਹਾ ਹੈ, ਸਭ ਕੁਝ ਉਹਦੇ ਹੱਥ ਦੇ ਵਿੱਚ ਹੈ, ਉਹਦੇ ਹੁਕਮ ਤੋਂ ਬਿਨਾਂ ਪਤਾ ਨਹੀਂ ਹਿੱਲਦਾ। ਪਰ ਇਹ ਉਹ ਪਹਿਲੀ ਤਰ੍ਹਾਂ ਦੇ ਮਨੁੱਖਾਂ ਦੀ ਕਹਾਣੀ ਹੈ ਜਿਨ੍ਹਾਂ ਨੇ ਉਹਦੇ ਹੁਕਮ ਨੂੰ ਪਹਿਚਾਨ ਲਿਆ ਹੈ, ਨਾਮ ਨੂੰ ਜਪ ਲਿਆ ਹੈ, ਨੇੜੇ ਚਲੇ ਗਏ ਨੇ, ਸ਼ਬਦ ਦੇ ਲੀਨ ਹੋ ਗਏ ਨੇ। ਹੁਣ ਉਹ ਇਹ ਕਹਿ ਸਕਦੇ ਨੇ ਕਿ ਜਿਵੇਂ ਤੂੰ ਕਰਾ ਰਿਹਾ ਮੈਂ ਉਸ ਤਰ੍ਹਾਂ ਹੀ ਕਰ ਰਿਹਾ। ਇਹ ਜਿੰਨੇ ਵੀ ਸ਼ਬਦ ਆਏ ਨਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿ ਜਿਉਂ ਤੂੰ ਚਲਾਵੇਂ ਤਿਵ ਚੱਲੈ ਸੁਆਮੀ, ਜਿਵੇਂ ਤੂੰ ਚਲਾਉਣਾ ਮੈਂ ਉਸ ਤਰ੍ਹਾਂ ਹੀ ਚੱਲ ਰਿਹਾ, ਜਾਂ ਸਾਰਾ ਜਗਤ ਤੇਰੇ ਹੁਕਮ ਵਿੱਚ ਚੱਲ ਰਿਹਾ ਹੈ, ਸਭ ਕੁਝ ਤੂੰ ਹੀ ਕਰਾ ਰਿਹਾ ਹੈ, ਸਾਰਿਆਂ ਵਿੱਚ ਤੂੰ ਹੀ ਵਰਤ ਰਿਹਾ ਹੈ। ਇਹ ਉਸ ਕਲਾਸ ਦੇ ਮਨੁੱਖਾਂ ਦੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਟਿਕ ਗਿਆ ਹੈ, ਉਹਨਾਂ ਨੇ ਅੰਦਰ ਦੀ ਮਰਿਆਦਾ ਨੂੰ ਸਮਝ ਲਿਆ। ਇਹ ਲਫ਼ਜ਼ ਉਹਨਾਂ ਵਾਸਤੇ, ਇਹ ਪੜ੍ਹਾਈ ਉਹਨਾਂ ਵਾਸਤੇ। ਉਹਨਾਂ ਨੂੰ ਇਹ ਸ਼ਬਦ ਦੂਸਰਿਆਂ ਤੇ ਨਹੀਂ ਲਾਉਣੇ ਚਾਹੀਦੇ ਜਿਹੜੇ ਅਜੇ ਨੇੜੇ ਨਹੀਂ ਆਏ ਧਰਮ ਦੇ। ਉਹਨਾਂ ਵਾਸਤੇ ਕਹਿਣੇ ਪੈਣਗੇ ਵੀ ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ। ਉਹਨਾਂ ਨੂੰ ਕਹਿਣਾ ਪਏਗਾ, ਉਹ ਸ਼ਬਦ ਉਹਨਾਂ ਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ 1430 ਅੰਗ ਨੇ, ਤੇ ਮੈਂ ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ, ਇਹ ਸਾਰੇ ਸ਼ਬਦ ਇੱਕ ਬੰਦੇ ਵਾਸਤੇ ਨਹੀਂ ਹਨ, ਵੱਖਰੇ ਵੱਖਰੇ ਆਦਮੀਆਂ ਵਾਸਤੇ। ਜਿੰਨੀ ਤਰ੍ਹਾਂ ਦੇ ਮਨੁੱਖ ਨੇ, ਜਿੰਨੀ ਤਰ੍ਹਾਂ ਦੇ ਵਿਦਿਆਰਥੀ ਨੇ। ਤਾਂ ਹੁਣ ਇਹ ਕਿਵੇਂ ਪਤਾ ਲੱਗੇ ਕਿ ਮੇਰਾ ਸ਼ਬਦ ਕਿਹੜਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ? ਉਹ ਬੰਦੇ ਦੀ ਅੰਦਰਲੀ ਅਵਸਥਾ ਦੱਸੇਗੀ ਤੂੰ ਕਿੱਥੇ ਪਹੁੰਚ ਚੁੱਕਾ ਹੈ। ਜੋ ਕੁਝ ਕਰਾਂਦਾ ਹੈ ਪਰਮਾਤਮਾ ਹੀ ਕਰਾਂਦਾ ਹੈ। ਇਹ ਸ਼ਰਾਬ ਪੀਣ ਵਾਲੇ ਮਨੁੱਖ ਵਾਸਤੇ ਸ਼ਬਦ ਨਹੀਂ ਹੈ, ਬਿਲਕੁਲ ਨਹੀਂ ਹੈ। ਜੋ ਕੁਝ ਕਰਾਉਂਦਾ ਹੈ ਪਰਮਾਤਮਾ ਹੀ ਕਰਾਉਂਦਾ ਹੈ। ਇਹ ਰਿਸ਼ਵਤਖੋਰ, ਝੂਠ ਬੋਲਣ ਵਾਲਾ ਆਦਮੀ, ਦੂਸਰੇ ਦਾ ਹੱਕ ਖੋਹਣ ਵਾਲਾ ਆਦਮੀ, ਨਸ਼ੇ ਪੱਤੇ ਖਾਣ ਵਾਲਾ ਆਦਮੀ, ਗੁਰੂ ਦੇ ਹੁਕਮ ਤੋਂ ਬਾਹਰ ਜਿਉਣ ਵਾਲਾ ਆਦਮੀ, ਇਹ ਸ਼ਬਦ ਉਹਦੀ ਕਲਾਸ ਦਾ ਨਹੀਂ। ਜਿਹੜਾ ਸ਼ਬਦ ਇਹ ਕਹਿੰਦਾ ਵੀ ਜੋ ਕੁਝ ਪਰਮਾਤਮਾ ਕਰਾਉਂਦਾ ਉਹ ਹੀ ਮੈਂ ਕਰ ਰਿਹਾ, ਇਹ ਉਹਦਾ ਸ਼ਬਦ ਨਹੀਂ ਹੈ। ਇਹ ਸ਼ਬਦ ਹੈ ਉਸ ਵਿਅਕਤੀ ਦਾ ਜਿਨੇ ਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ ਜੀਵਨ ਬਸਰ ਕੀਤਾ ਹੈ, ਗੁਰੂ ਕੇ ਹੁਕਮ ਨੂੰ ਜੀਵਨ ਵਿੱਚ ਕਮਾਇਆ ਹੈ, ਤੇ ਜਿਵੇਂ ਜਿਵੇਂ ਗੁਰੂ ਨੇ ਕਿਹਾ ਉਸ ਤਰ੍ਹਾਂ ਕੀਤਾ, ਤੇ ਕਰ ਕਰਕੇ ਉਹ ਅੰਦਰ ਨਾਮ ਟਿਕ ਗਿਆ ਹੈ। ਹੁਣ ਉਹ ਭਾਣੇ ਤੋਂ ਬਾਹਰ, ਹੁਕਮ ਤੋਂ ਬਾਹਰ ਆਪੇ ਹੀ ਨਹੀਂ ਜਾਂਦਾ। ਉਹਦੇ ਵਾਸਤੇ ਇਹ ਸ਼ਬਦ ਹੈ ਕਿ ਜਿਵੇਂ ਤੂੰ ਚਲਾ ਰਿਹਾ ਹੈ ਮੈਨੂੰ ਤੂੰ ਹੀ ਚਲਾ ਰਿਹਾ, ਮੈਂ ਕੁਝ ਨਹੀਂ ਕਰ ਰਿਹਾ। ਇਹ ਬੜਾ ਵੱਡਾ ਸਵਾਲ ਹੈ। ਇਹ ਉਹਨਾਂ ਵਾਸਤੇ ਸ਼ਬਦ ਜਿਹੜੇ ਸੰਪੂਰਨ ਹੋ ਗਏ ਨੇ, ਬ੍ਰਹਮ ਗਿਆਨ ਦੀ ਦਸ਼ਾ ਆ ਗਈ ਨਾ। ਜਿਹੜੇ ਅਜੇ ਕਿਤੇ ਨਹੀਂ ਗਏ ਉਹਨਾਂ ਨੂੰ ਇਹ ਸ਼ਬਦ ਨਹੀਂ ਆਪਣੇ ਤੇ ਲਾਉਣੇ ਚਾਹੀਦੇ, ਨਹੀਂ ਤੇ ਉਹਨਾਂ ਦਾ ਵਿਕਾਸ ਰੁਕ ਜਾਏਗਾ। ਉਹ ਕਹਿਣਗੇ ਠੀਕ ਹੈ ਸਵੇਰੇ 8-9 ਵਜੇ ਤੱਕ ਸੁੱਤਾ ਹੋਇਆ, ਪਰਮਾਤਮਾ ਹੀ ਸਵਾ ਰਿਹਾ ਹੈ ਨਾ, ਉਹ ਹੀ ਕਰਾ ਰਿਹਾ ਹੈ। ਤੇ ਗੁਰੂ ਸਾਹਿਬ ਨੂੰ ਪੁੱਛ ਕੇ ਵੇਖੋ, ਕਹਿਣਗੇ ਫਰੀਦਾ ਪਿਛਲ ਰਾਤ ਨਾ ਜਾਗਿਓ ਜੀਵਨ ਦੜਿਓ ਮੋਏ ਹੋਏ। ਮੁਰਦਾ ਹੈ ਉਹ ਆਦਮੀ, ਮਰਿਆ ਹੋਇਆ। ਹੁਣ ਇੱਥੇ ਸਹਿਮਤ ਹੋਣਗੇ ਗੁਰੂ ਸਾਹਿਬ? ਨਹੀਂ। ਇਸ ਲਈ ਇਹ ਵਾਰ-ਵਾਰ ਕਹਿਣਾ, ਅਸੀਂ ਧਰਮ ਦੀ ਸਟੱਡੀ ਤੇ ਸਮਾਂ ਹੀ ਕੋਈ ਨਹੀਂ ਲਾਇਆ, ਸਮਝਿਆ ਨਹੀਂ ਹੈ, ਉਹਦੇ ਵਾਸਤੇ ਵਕਤ ਨਹੀਂ ਰੱਖਿਆ, ਔਰ ਗਲਤ ਢੰਗ ਦੇ ਨਾਲ ਅਸੀਂ ਕਮਾਇਆ, ਜਿਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਪਈ। ਤਾਂ ਇਹ ਜਿਹੜਾ ਭਾਵਨਾ ਅੱਜ ਕਹੀ ਹੈ ਨਾ ਕਿ ਨੱਕ ਵਿੱਚ ਨੱਥ ਹੈ, ਪਰਮਾਤਮਾ ਦੇ ਹੱਥ ਵਿੱਚ ਹੈ ਉਹ ਨੱਥ, ਜਿਹੜੀ ਜਿੱਧਰ ਉਹ ਖਿੱਚਦਾ ਬੰਦਾ ਉਧਰ ਹੀ ਜਾਈ ਜਾ ਰਿਹਾ ਹੈ। ਇੱਕ ਐਸੇ ਮਨੁੱਖ ਦੀ ਦਸ਼ਾ ਵਿੱਚੋਂ ਉਪਜਿਆ ਹੋਇਆ ਗਿਆਨ ਹੈ ਜਿਹਨੇ ਆਪਣਾ ਆਪਾ ਸਾਰਾ, ਆਪਣੀ ਸਾਰੀ ਮਰਜ਼ੀ ਪਰਮਾਤਮਾ ਦੇ ਹੁਕਮ ਦੇ ਵਿੱਚ ਲੀਨ ਕਰ ਦਿੱਤੀ ਹੈ। ਤੇ ਮੈਂ ਬੇਨਤੀ ਕੀਤੀ ਸੀ, 3 ਤਰ੍ਹਾਂ ਦੇ ਬਲਦ ਨੇ। ਇੱਕ ਉਹ ਨੇ ਜਿਹੜੇ ਨੱਥ ਦੇ ਇਸ਼ਾਰੇ ਨਾਲ ਮੁੜ ਜਾਂਦੇ ਨੇ, ਧਾਰਮਿਕ ਵਿਅਕਤੀ ਪਹਿਲੀ ਤਰ੍ਹਾਂ ਦੇ, ਪਰਮਾਤਮਾ ਦੇ ਹੁਕਮ ਵਿੱਚ ਤੁਰਨ ਵਾਲੇ, ਜਿੱਧਰ ਇਸ਼ਾਰਾ ਕਰਦਾ ਉਧਰ ਹੀ ਜਾ ਰਹੇ ਨੇ। ਉਹ ਕਹਿ ਸਕਦੇ ਨੇ ਜਿਵੇਂ ਮੈਨੂੰ ਚਲਾਉਂਦਾ ਮੈਂ ਚੱਲ ਰਿਹਾ ਹਾਂ। ਪਰ ਇੱਕ ਅਖੜ ਬਲਦ, ਇੱਕ ਅਖੜ ਆਦਮੀ ਜਿਹੜਾ ਮੰਨਣ ਨੂੰ ਤਿਆਰ ਹੀ ਨਹੀਂ ਪਰਮਾਤਮਾ ਨੂੰ, ਉਹ ਨੱਥ ਖਿੱਚੀ ਜਾ ਰਿਹਾ ਹੈ। ਪਰਮਾਤਮਾ ਉਹਦੇ ਵਾਸਤੇ ਧੱਕੇ ਵੀ ਮਾਰਦਾ ਉਸ ਨੂੰ,
ਉਹਨੂੰ ਸੋਟੀਆਂ ਵੀ ਮਾਰਦਾ ਹੈ, ਝਿੜਕਦਾ ਵੀ ਹੈ, ਪਰ ਉਹ ਫਿਰ ਵੀ ਆਖੇ ਨਹੀਂ ਲੱਗਦਾ। ਉਹ ਵਿਅਕਤੀ ਜਿਹੜਾ ਹੈ ਉਹਨੂੰ ਕਹਾਂਗੇ ਮਨਮੁਖ ਹੈ, ਹੁਕਮ ਤੋਂ ਬਾਹਰ ਜਾ ਰਿਹਾ ਹੈ। ਤਾਂ ਕਈ ਤਾਂ ਬਲਦ ਇਸ ਤਰ੍ਹਾਂ ਦੇ ਜਿਹੜੇ ਨੱਥ ਨੂੰ ਖਿੱਚ ਕੇ ਲੈ ਗਏ ਜਾਂ ਜਿਨ੍ਹਾਂ ਨੇ ਨੱਥ ਹੀ ਤੋੜ ਦਿੱਤੀ। ਕਈ ਤਾਂ ਵਿਅਕਤੀ ਐਸੇ ਇਸ ਧਰਤੀ ਦੇ ਉੱਤੇ ਜਿਨ੍ਹਾਂ ਨੇ ਪ੍ਰਮਾਤਮਾ ਦੀ ਪਾਈ ਹੋਈ ਨੱਥ ਨੂੰ ਹੀ ਤੋੜ ਦਿੱਤਾ। ਉਹਨਾਂ ਨੂੰ ਕੀ ਕਹਾਂਗੇ? ਅਵਾਰਾ ਪਸ਼ੂ, ਅਵਾਰਾ ਮਨੁੱਖ, ਜਿਨ੍ਹਾਂ ਦੀ ਨੱਥ ਹੀ ਕੋਈ ਨਹੀਂ ਹੈ, ਜਿਹੜੇ ਨੱਥ ਤੋਂ ਬਿਨਾਂ ਨੇ, ਅਵਾਰਾ ਪਸ਼ੂ। ਠੀਕ ਹੈ, ਕੁਝ ਸਮੇਂ ਦਾ ਉਹਨਾਂ ਦੇ ਜੀਵਨ ਵਿੱਚ ਸੁੱਖ ਹੈ। ਤੇ ਬਾਬਾ ਕਬੀਰ ਜੀ ਨੇ ਐਸੇ ਬਲਦ, ਐਸੇ ਪਸ਼ੂ ਦਾ ਜ਼ਿਕਰ ਵੀ ਕੀਤਾ ਬਾਣੀ ਦੇ ਵਿੱਚ, ਜਿਹਦੀ ਨੱਥ ਟੁੱਟ ਚੁੱਕੀ ਹੈ, ਜਿਹੜਾ ਅਵਾਰਾ ਹੈ। ਬੜਾ ਪਿਆਰਾ ਇੱਕ ਲਫ਼ਜ਼ ਆਉਂਦਾ ਹੈ, ਸ਼ਬਦ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿ 4 ਪਾਂਵ 2 ਸਿੰਘ, 4 ਪੈਰਾਂ ਵਾਲਾ ਬਲਦ ਹੈ, 2 ਸਿੰਘ ਨੇ ਉਹਦੇ ਸਿਰ ਦੇ ਉੱਤੇ, 4 ਪਾਂਵ 2 ਸਿੰਘ, ਗੁੰਗ ਮੁਖ, ਮੂੰਹ ਵਿੱਚੋਂ ਉਹ ਭਾਸ਼ਾ ਨਹੀਂ ਨਿਕਲਦੀ ਜਿਹਦੇ ਨਾਲ ਪਰਮਾਤਮਾ ਨੂੰ ਚੇਤੇ ਕੀਤਾ ਜਾ ਸਕੇ। ਇਹ ਸਿਰਫ ਬਲਦ ਦੀ ਉਦਾਹਰਨ ਹੈ ਕਿ ਗੁੰਗ ਮੁਖ, ਉਹਦਾ ਮੂੰਹ ਗੁੰਗਾ ਹੈ। ਗੱਲ ਆਦਮੀ ਦੀ ਚੱਲ ਰਹੀ ਹੈ। ਗੁੰਗ ਮੁਖ, ਮੂੰਹ ਗੁੰਗਾ ਹੈ। ਆ ਜਦੋਂ ਚਲੋ ਵੈਸੇ ਤਾਂ ਆਪੋ ਆਪਣਾ ਢੰਗ ਹੈ, ਮੇਰਾ ਇਹ ਵਿਚਾਰ ਹੈ ਕਿ ਜਦੋਂ ਸ਼ਬਦ ਵਿਚਾਰ ਚੱਲਦੀ ਏ ਉਦੋਂ ਸੁਣਨ ਵਾਲਿਆਂ ਨੂੰ ਸਿਰਫ ਸੁਣਨਾ ਚਾਹੀਦਾ, ਤਾਂ ਉਹਨਾਂ ਦੀ ਪਕੜ ਵਿੱਚ ਗੱਲ ਆਵੇਗੀ। ਬੋਲਣ ਵਾਲੇ ਨੂੰ ਸਿਰਫ ਬੋਲਣਾ ਚਾਹੀਦਾ, ਤਾਂ ਗੱਲ ਸਮਝ ਵਿੱਚ ਆਵੇਗੀ। ਪਰ ਜਦੋਂ ਕਿਤੇ ਸੰਗਤ ਵਿੱਚ ਬੋਲਣ ਦਾ ਸਮਾਂ ਆਵੇ ਨਾ, ਵੀ ਹੁਣ ਸ਼ਬਦ ਵਿੱਚ ਬੋਲਣਾ ਹੈ ਜਾਂ ਆਪਾਂ ਵਾਰੀ ਨਾਲ ਨਾਮ ਜਪਣਾ ਹੈ, ਉਦੋਂ ਜ਼ਰੂਰ ਬੋਲਣਾ ਚਾਹੀਦਾ। ਨਹੀਂ ਤੇ ਗੁਰੂ ਗ੍ਰੰਥ ਸਾਹਿਬ ਸਾਡੇ ਵਾਸਤੇ ਕਹਿ ਰਹੇ ਨੇ, ਗੁੰਗ ਮੁਖ ਤੇਰਾ ਮੂੰਹ ਗੁੰਗਾ ਹੋ ਗਿਆ ਨਾਮ ਬੋਲਣ ਲੱਗਿਆ, ਤੂੰ ਬੋਲਦਾ ਨਹੀਂ, ਤੇਰੀ ਆਵਾਜ਼ ਹੀ ਕੋਈ ਨਹੀਂ ਆਉਂਦੀ। ਪਰ ਸਾਡੀ ਇਹ ਤਰਾਸਦੀ, ਜਿੱਥੇ ਅਸੀਂ ਬੋਲਣਾ ਉੱਥੇ ਅਸੀਂ ਬੋਲਣਾ ਨਹੀਂ, ਜਿੱਥੇ ਚੁੱਪ ਕਰਨਾ ਉੱਥੇ ਚੁੱਪ ਨਹੀਂ ਕਰਨਾ। ਗੁਰਮਤਿ ਵਿਚਾਰ ਦਾ ਵਿਸ਼ਾ ਕੀ ਹੈ? ਗੁਰਮਤਿ ਵਿਚਾਰ ਦਾ ਮਤਲਬ ਬੋਲਣ ਵਾਲਾ ਬੋਲੇ, ਸੁਣਨ ਵਾਲਾ ਸਿਰਫ ਸੁਣੇ। ਪਰ ਜਦੋਂ ਗੁਰੂ ਦਰਬਾਰ ਵਿੱਚ ਕੋਈ ਬੋਲਣ ਦੀ ਵਿਆਖਿਆ ਆਉਂਦੀ ਹੈ ਕਿ ਸ਼ਬਦ ਨੂੰ ਗਾਉਣਾ ਹੈ ਜਾਂ ਵਾਰੀ ਨਾਲ ਪੜ੍ਹਨਾ ਹੈ, ਤਾਂ ਉਹਦੇ ਵਿੱਚ ਪੂਰਾ ਬੋਲਣਾ ਚਾਹੀਦਾ, ਉਹਦੇ ਵਿੱਚ ਗੁਰੇਜ਼ ਨਹੀਂ ਕਰਨਾ ਚਾਹੀਦਾ। ਨਹੀਂ ਤੇ ਗੁਰੂ ਸਾਹਿਬ ਕਹਿਣਗੇ ਉਹ ਸਾਰਾ ਦਿਨ ਬੋਲਣਾ ਹੈ, ਜਦੋਂ ਰੱਬ ਦਾ ਨਾਮ ਬੋਲਣ ਦੀ ਵਾਰੀ ਆਉਂਦੀ ਉਦੋਂ ਗੁੰਗਾ ਹੋ ਜਾਣਾ, ਤੇਰੀ ਜ਼ੁਬਾਨ ਨਹੀਂ ਚੱਲਦੀ। 4 ਪਾਂਵ 2 ਸਿੰਘ, ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਉਸ ਵੇਲੇ ਕਿਵੇਂ ਗੁਣ ਗਾਏਗਾ? ਜਦੋਂ ਇਹ ਹਾਲਤ ਬਣੇਗੀ, ਜਦੋਂ ਮੂੰਹ ਨਹੀਂ ਮਿਲੇਗਾ ਤੈਨੂੰ। ਊਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂੰਡ ਲੁਕਾਈ ਹੈ। ਜ਼ਿਮੀਦਾਰ, ਠੇਂਗਾ ਦਾ ਅਰਥ ਠੁੱਡੇ ਮਾਰਦਾ, ਡਾਂਗਾ ਮਾਰਦਾ ਹੈ, ਫਿਰ ਮੂੰਹ ਲੁਕਾਏਗਾ। ਤਬ ਕਤ ਮੂੰਡ ਲੁਕਾਈ ਹੈ, ਹਰ ਬਿਨ ਬੈਲ ਬਿਰਾਨੇ ਹੋਈ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾ ਬੇਗਾਨੇ ਬੈਲ ਬਣ ਜਾਈਦਾ, ਉਹਨਾਂ ਚੀਜ਼ਾਂ ਦੇ ਗੁਲਾਮ ਹੋ ਜਾਈਦਾ ਜਿਹੜੀਆਂ ਆਪ ਗੁਲਾਮ ਨੇ। ਬੰਦੇ ਨੂੰ ਗੁਲਾਮ ਹੋਣਾ ਚਾਹੀਦਾ ਹੈ, ਪਰ ਸਿਰਫ ਉਹਦੇ ਜਿਹੜਾ ਆਪ ਆਜ਼ਾਦ ਹੈ, ਸਿਰਫ ਗੁਰੂ ਆਜ਼ਾਦ ਹੈ। ਗੁਲਾਮੀ ਕਰਨੀ ਹੈ ਤੇ ਉਹਦੀ ਕਰੀਏ ਜਿਹੜਾ ਖੁਦ ਆਜ਼ਾਦ ਹੈ। ਅਸੀਂ ਤੇ ਗੁਲਾਮਾਂ ਦੇ ਗੁਲਾਮ ਹੋ ਗਏ, 5 ਵਿਕਾਰਾਂ ਦੇ ਗੁਲਾਮ, ਆਪਣੇ ਮਨ ਦੇ ਗੁਲਾਮ ਹਾਂ। ਤਾਂ ਊਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂੰਡ ਲੁਕਈ ਹੈ। ਹਰ ਬਿਨ ਬੈਲ ਬਿਰਾਨੇ ਹੋਈ ਹੈ। ਫਾਟੇ ਨਾਕਨ ਟੂਟੇ ਕਾਂਦਨ, ਨੱਕ ਫਾੜਿਆ ਹੋਇਆ ਨੱਥ ਪਾ ਕੇ। ਇਹ ਫਾਟੇ ਨਾਕਣ ਦੇ ਅਰਥ ਕੀ ਨੇ? ਨੱਥ ਖਿੱਚ ਖਿੱਚ ਕੇ, ਹੁਕਮ ਤੋਂ ਬਾਹਰ ਜਾ ਜਾ ਕੇ ਨੱਥ ਹੀ ਤੋੜ ਦਿੱਤੀ, ਨੱਕ ਹੀ ਪਾੜ ਦਿੱਤਾ। ਫਾਟੇ ਨਾਕਣ, ਜਿਸ ਬਲਦ ਦੀ ਨੱਥ ਪਾਈ ਹੋਵੇ ਨਾ ਸਿੱਧੀ ਜੁਗਤ ਦੇ ਨਾਲ, ਜਿਹੜਾ ਜ਼ਿਮੀਦਾਰ ਦੇ ਹੁਕਮ ਵਿੱਚ ਤੁਰਦਾ, ਉਹਦੀ ਨੱਥ ਨਹੀਂ ਪਾੜਦੀ ਕਦੀ, ਉਹ ਤਾਂ ਠੀਕ ਰਹਿੰਦਾ ਹੈ। ਨੱਥ ਕਿਹਦੀ ਪਾੜਦੀ ਹੈ? ਜਿਹੜਾ ਨੱਥ ਨੂੰ ਖਿੱਚ ਖਿੱਚ ਕੇ ਦੂਸਰੇ ਪਾਸੇ ਜਾਂਦਾ ਹੈ, ਗਲਤ ਰਾਹਾਂ ਤੇ ਤੁਰਦਾ ਹੈ।
ਤਾਂ ਉਹ ਨੱਥ ਤੋੜ ਕੇ ਚਲਾ ਜਾਂਦਾ ਹੈ। ਕਬੀਰ ਜੀ ਕਹਿੰਦੇ ਨੇ ਹੁਕਮ ਤੋਂ ਬਾਹਰ ਜਿਉਣ ਵਾਲੇ ਮਨੁੱਖ ਦੀ ਮਾਨੋ ਨੱਥ ਪਾਟ ਗਈ, ਨੱਕ ਪਾਟ ਗਿਆ ਉਸਦਾ। ਫਾਟੇ ਨਾਕਣ ਟੂਟੇ ਕਾਦਨ ਕੋਦੋਂ ਕੋ ਭਸ ਖਈ ਹੈ, ਕੋਦਰੇ ਦੀ ਤੂੜੀ ਖਾਂਦਾ ਹੈ। ਫਿਰ ਬਚਨ ਕੀਤੇ ਸਾਰੋ ਦਿਵਸ ਡੋਲਤ ਬਨ ਮਈਆ। ਇੱਕ ਬਲਦ ਉਹ ਹੈ, ਇੱਕ ਪਸ਼ੂ ਉਹ ਹੈ, ਇੱਕ ਮਨੁੱਖ ਉਹ ਹੈ ਜਿਹੜਾ ਇੱਕ ਖੁਰਲੀ ਤੇ ਆਪਣੇ ਪੱਠੇ ਆਪਣਾ ਘਾਹ ਖਾਂਦਾ ਹੈ, ਖੁਰਾਕ ਖਾ ਲੈਂਦਾ ਹੈ। ਉੱਥੇ ਉਹਨੂੰ ਸਬਰ ਸ਼ਾਂਤੀ ਆ ਜਾਂਦੀ, ਟਿਕ ਜਾਂਦਾ, ਆਰਾਮ ਕਰ ਲੈਂਦਾ। ਪਰ ਜਿਹੜੇ ਬਲਦਾਂ ਨੇ ਰੱਸੇ ਤੋੜ ਦਿੱਤੇ, ਨੱਕ ਤੋੜ ਦਿੱਤਾ, ਬੇਤਰਤੀਬ ਹੋ ਗਏ ਜ਼ਿੰਦਗੀ ਵਿੱਚ, ਆਪਣੇ ਮਾਲਕ ਤੋਂ ਰਹਿਤ ਦੂਰ ਚਲੇ ਗਏ, ਗੁਰੂ ਤੋਂ ਦੂਰ ਚਲੇ ਗਏ, ਉਹ ਇਸ ਤਰ੍ਹਾਂ ਨੇ ਜਿਵੇਂ ਕੋਈ ਅਵਾਰਾ ਬਲਦ ਸਾਰਾ ਦਿਨ ਸਾਰੋ ਦਿਵਸ ਡੋਲਤ ਬਨ ਮਈਆ, ਬਨ ਵਿੱਚ ਜੰਗਲ ਵਿੱਚ ਕਦੀ ਕਿਤੇ ਘਾਹ ਖਾਂਦਾ ਹੈ, ਇੱਕ ਦੇ ਖੇਤ ਵਿੱਚ ਵੜਦਾ ਹੈ, ਦੂਸਰੇ ਦੇ ਖੇਤ ਵਿੱਚ ਵੜਦਾ ਹੈ, ਸਾਰਾ ਦਿਨ ਕਦੀ ਸਬਜ਼ੀ ਮੰਡੀ ਵਿੱਚ ਛਿਲੜਾ ਖਾਂਦਾ ਫਿਰਦਾ ਹੈ। ਇਸ ਤਰ੍ਹਾਂ ਜਿਹੜਾ ਗੁਰੂ ਦੇ ਦਿੱਤੇ ਸੰਵਿਧਾਨ ਤੋਂ ਬਾਹਰ ਜਾ ਕੇ ਦੁਨੀਆ ਰੂਪੀ ਜੰਗਲ ਵਿੱਚ ਭਟਕਦਾ ਹੈ, ਕਦੀ ਕਿਸੇ ਦਰਵਾਜ਼ੇ ਤੇ ਜਾਂਦਾ, ਕਦੀ ਕਿਤੇ ਜਾਂਦਾ ਹੈ, ਉਹਦੇ ਜੀਵਨ ਨੂੰ ਤ੍ਰਿਪਤੀ ਨਹੀਂ ਮਿਲਦੀ। ਸਾਰੋ ਦਿਵਸ ਡੋਲਤ ਬਨ ਮਈਆ, ਅਜਹੂ ਨਾ ਪੇਟ ਅਗਈ ਹੈ। ਅਗਈ ਦਾ ਦੇ ਅਰਥ ਨੇ ਤ੍ਰਿਪਤ ਹੋ ਜਾਣਾ, ਉਹਨੂੰ ਤ੍ਰਿਪਤੀ ਨਹੀਂ ਮਿਲਦੀ। ਤ੍ਰਿਪਤ ਹੁੰਦਾ ਹੀ ਉਹ ਹੈ। ਸੰਸਾਰ ਦੇ ਵਿੱਚ ਬੜਾ ਕੁਝ ਹੈ, ਜੇ ਮਨੁੱਖ ਚਾਹੇ ਨਾ ਮੈਂ ਸਾਰੇ ਨੂੰ ਭੋਗ ਲਵਾਂ, ਇਹਦੀ ਮੌਤ ਦੇ ਰਸਤੇ ਹਨ। ਸੰਸਾਰ ਵਿੱਚ ਪਰਮਾਤਮਾ ਨੇ ਇੰਨਾ ਭੋਗ ਪਾਇਆ ਹੋਇਆ ਹੈ ਕਿ ਆਦਮੀ ਅਰਬਾਂ ਖਰਬਾਂ ਜਨਮ ਤੱਕ ਵੀ ਉਹਨੂੰ ਭੋਗ ਨਹੀਂ ਸਕੇਗਾ, ਬੜਾ ਲੰਮਾ ਚੌੜਾ ਹੈ। ਤਾਂ ਉਸ ਨੂੰ ਆਪਣਾ ਚੁਣ ਲੈਣਾ ਚਾਹੀਦਾ, ਆਪਣਾ ਜਿਹੜਾ ਰਸਤਾ ਹੈ ਵਿੱਚ ਵੇਖ ਲੈਣਾ ਚਾਹੀਦਾ, ਮੈਨੂੰ ਕੀ ਚਾਹੀਦਾ ਸਰੀਰ ਵਾਸਤੇ, ਜੀਵਨ ਵਾਸਤੇ, ਕਿੰਨਾ ਕੁ ਵੱਡਾ ਮੇਰੇ ਵਾਸਤੇ ਕੀ ਹੈ। ਗਿਆਨ ਵੀ ਇਸ ਤਰ੍ਹਾਂ ਦਾ ਹੀ ਹੈ। ਹੁਣ ਕਿੰਨਾ ਗਿਆਨ ਬੋਲਿਆ ਜਾਂਦਾ ਹੈ, ਮੈਂ ਇਹ ਸਿਫਾਰਿਸ਼ ਨਹੀਂ ਕਰਾਂਗਾ ਸਾਰਾ ਗਿਆਨ ਤੁਸੀਂ ਇਕੱਠਾ ਕਰੋ, ਤੁਸੀਂ ਸੁਣਦੇ ਜਾਓ, ਸੁਣਦੇ ਜਾਓ, ਜਿੱਥੇ ਤੁਹਾਡਾ ਕੇਂਦਰ ਬਿੰਦੂ ਤੁਹਾਨੂੰ ਜੁੜਨ ਵਾਸਤੇ ਨੇੜੇ ਲੈ ਆਵੇ ਉਸ ਨੂੰ ਪਕੜ ਲਓ ਬਸ। ਅੰਤ ਨਹੀਂ ਪਾਇਆ ਜਾ ਸਕਦਾ ਗਿਆਨ ਦਾ, ਬੜਾ ਅਸੀਮ ਹੈ। ਇੱਥੇ ਗਿਆਨ ਸੁਣਾਉਣ ਦੇ ਇਹ ਅਰਥ ਨਹੀਂ ਹਨ ਕਿ ਤੁਸੀਂ ਕਥਾਵਾਚਕ ਹੋ ਜਾਓ, ਇਹ ਕਥਾਵਾਚਕ ਬਣਾਉਣ ਵਾਸਤੇ ਨਹੀਂ ਹੈ। ਗੁਰੂ ਦਾ ਗਿਆਨ ਜਿਹੜਾ ਹੈ ਉਹ ਜੀਵਨ ਦੇ ਇੱਕ ਨੁਕਤੇ ਨੂੰ ਲੱਭਣ ਵਾਸਤੇ, ਉੱਥੇ ਟਿਕ ਜਾਣਾ ਬਸ। ਜਿਵੇਂ ਵੇਖੋ ਸਮੁੰਦਰ ਕਿੰਨਾ ਵੱਡਾ ਹੈ, ਬੜਾ ਬੇਅੰਤ, ਕਈ ਜਹਾਜ਼ ਉਹਦੇ ਵਿੱਚ ਗਰਕ ਹੋ ਜਾਣ ਤਾਂ ਵੀ ਪਤਾ ਨਹੀਂ ਚੱਲੇਗਾ। ਪਰ ਤੁਸੀਂ ਸਮੁੰਦਰ ਦੇ ਰਾਹੀਂ ਯਾਤਰਾ ਕਰਨੀ ਹੈ ਤੇ ਤੁਹਾਨੂੰ ਸਮੁੰਦਰ ਦਾ 2-4 ਫੁੱਟ ਥਾਂ ਕੰਮ ਆਵੇਗਾ, ਸਿਰਫ ਜਿੱਥੇ ਤੁਹਾਡਾ ਜਹਾਜ਼ ਖੜਾ ਹੈ ਉਹਨੂੰ ਫੜ ਲੈਣਾ, ਉਸ ਜਹਾਜ਼ ਨੂੰ ਪਕੜ ਕੇ ਵਿੱਚ ਬੈਠ ਜਾਣਾ, ਉਹ ਯਾਤਰਾ ਕਰਵਾ ਦੇਗਾ। ਸਮੁੰਦਰ ਦੀ ਯਾਤਰਾ ਕਰੋ, ਵੇਖੋ ਕਿੰਨੀਆਂ ਲਹਿਰਾਂ ਨੇ ਆਲੇ ਦੁਆਲੇ, ਕਿੰਨਾ ਕੁਝ, ਕਿੰਨਾ ਵੱਡਾ ਹੈ, ਵੇਖ ਸਕਦੇ ਹੋ। ਪਰ ਉਹ ਤੁਹਾਡੇ ਕੰਮ ਆਉਣ ਵਾਲਾ ਨਹੀਂ, ਤੁਹਾਡੇ ਕੰਮ ਤੇ ਤੁਹਾਡੇ ਜਹਾਜ਼ ਨਹੀਂ ਆਉਣਾ ਸਿਰਫ। ਇਸ ਲਈ ਮੇਰੀ ਸਮਝ ਵਿੱਚ ਜੋ ਆਇਆ ਹੈ, ਚਲੋ ਆਪੋ ਆਪਣੀ ਸਮਝ ਵੀ ਆਪਾਂ ਸਿਖਾ ਦਈਏ ਸਾਰੀ ਦੁਨੀਆ ਨੂੰ, ਗਿਆਨਵਾਨ ਕਰ ਦਈਏ, ਪੜ੍ਹਾ ਦਈਏ ਇਹਨਾਂ ਨੂੰ, ਟਰੈਕਟ ਵੰਡੇ ਜਾਣ। ਪਰ ਮੇਰੀ ਸਮਝ ਵਿੱਚ ਇਹ ਗੱਲ ਆਉਂਦੀ ਨਹੀਂ ਕਿ ਲੋਕਾਂ ਨੂੰ ਪੜ੍ਹਾ ਕੇ, ਪੜ੍ਹਨਾ ਹੋਰ ਚੀਜ਼ ਹੈ, ਪੜ੍ਹ ਕੇ ਇਕੱਠਾ ਕਰਨਾ ਹੋਰ ਚੀਜ਼ ਹੈ। ਪੜ੍ਹ ਕੇ ਸਮਝ ਲੈਣਾ ਤੇ ਉਹਦੇ ਤੱਤ ਨੂੰ ਲੈ ਲੈਣਾ ਤੇ ਉਹਨੂੰ ਜੀਵਨ ਤੇ ਲਾਗੂ ਕਰ ਲੈਣਾ, ਗਿਆਨ ਦਾ ਇੱਕ ਦਾਇਰਾ ਰੱਖ ਲੈਣਾ ਆਪਣਾ। ਸਿਰਫ ਮਨ ਸਮਝਾਵਣ ਕਾਰਨ ਕਛੂਅਕ ਪੜ੍ਹਿਆ ਗਿਆਨ ਥੋੜਾ ਜਿਹਾ ਚਾਹੀਦਾ ਹੈ, ਤਾਂ ਉਹ ਸਮੁੰਦਰ ਕੰਮ ਨਹੀਂ ਆਏਗਾ। ਜੇ ਇਸ਼ਨਾਨ ਕਰਨਾ ਹੈ ਤੇ ਥੋੜਾ ਜਿਹਾ ਹਿੱਸਾ ਸਮੁੰਦਰ ਦਾ ਕੰਮ ਆਏਗਾ। ਹਾਂ, ਸਾਰਾ ਕੰਮ ਕਦੋਂ ਆਏਗਾ? ਜੇ ਆਦਮੀ ਨੇ ਡੁੱਬਣਾ ਹੈ ਤੇ ਸਾਰਾ ਕੰਮ ਆ ਸਕਦਾ ਹੈ। ਜੇ ਕਹੋ ਨਾ ਸਾਰੇ ਸਮੁੰਦਰ ਨੂੰ ਮੈਂ ਆਪਣੀ ਗਲਵਕੜੀ ਵਿੱਚ ਲੈਣਾ ਹੈ, ਤਾਂ ਉਹਦੇ ਅਰਥ ਨੇ ਆਦਮੀ ਮਰਨਾ ਚਾਹੁੰਦਾ ਹੈ, ਮੌਤ ਚਾਹੁੰਦਾ ਹੈ। ਉਹ ਇਸ਼ਨਾਨ ਕਰਨ ਨਹੀਂ ਗਿਆ, ਉਹ ਸਮੁੰਦਰ ਵਿੱਚ ਡੁੱਬਣ ਵਾਸਤੇ ਗਿਆ ਹੈ। ਤਾਂ ਜਿਹੜਾ ਗਿਆਨ ਸਿਰਫ ਤੇ ਸਿਰਫ ਸਾਨੂੰ ਬੁੱਧੀਮਾਨ ਬਣਾਉਂਦਾ ਹੈ, ਬੁੱਧੀਮਾਨ ਵੀ ਨਹੀਂ ਬਣਾਉਂਦਾ, ਉਹ ਸਾਨੂੰ ਲੱਗਦਾ ਬੁੱਧੀਮਾਨ ਬਣ ਗਏ, ਉਹ ਸਾਨੂੰ ਬੁੱਧੂ ਬਣਾ ਦਿੰਦਾ ਹੈ।
दो लफ्ज ने, बुद्धिमान और बुद्धूमान दो ने। ਤਾਂ ਉਹ ਬੁੱਧੂ ਬਣਾ ਦਿੰਦਾ, ਪੰਡ ਚੁਕਾ ਦਿੰਦਾ, ਖਬਰਾਂ ਇਕੱਠੀਆਂ ਕਰ ਦਿੰਦਾ। ਤਾਂ ਜਿਸ ਨੇ ਸਮਝਿਆ ਧਰਮ ਨੂੰ ਯਾਦ ਕਰਨਾ, ਚੇਤੇ ਰੱਖਣਾ, ਯਾਦ ਚੀਜ਼ਾਂ ਨੂੰ, ਗੱਲਾਂ ਨੂੰ ਚੇਤੇ ਰੱਖ ਲੈਣਾ ਇਹ ਧਰਮ ਹੈ, ਤਾਂ ਉਸ ਨੂੰ ਕਿਸੇ ਅਖਬਾਰ ਨਵੀਸ ਦੇ ਅਹੁਦੇ ਤੇ ਕੰਮ ਕਰਨਾ ਚਾਹੀਦਾ, ਕਿਤੇ ਪੱਤਰਕਾਰ ਬਣ ਜਾਣਾ ਚਾਹੀਦਾ, ਚੀਜ਼ਾਂ ਇਕੱਠੀਆਂ ਕਰਨੀਆਂ ਉਹ ਇੱਕ ਬੜਾ ਵਧੀਆ ਕਿੱਤਾ ਹੈ, ਉਹ ਇੱਕ ਬੜੀ ਵਧੀਆ ਡਿਊਟੀ ਹੈ। ਪੱਤਰਕਾਰ ਹੋ ਜਾਣਾ, ਖਬਰਾਂ ਇਕੱਠੀਆਂ ਕਰਕੇ ਛਾਪਣੀਆਂ, ਅੱਗੇ ਭੇਜਣੀਆਂ। ਤਾਂ ਗੁਰੂ ਸਾਹਿਬ ਨੇ ਜਿਹੜਾ ਗਿਆਨ ਦਿੱਤਾ ਸੀ ਜਾਂ ਦੇ ਰਹੇ ਨੇ, ਉਹ ਹੈ ਕਿ ਇਸ ਗਿਆਨ ਦੇ ਹਥੌੜੇ ਮਾਰ ਮਾਰ ਕੇ ਬੰਦੇ ਦੇ ਅੰਦਰਲੇ ਗਿਆਨ ਨੂੰ ਤੋੜ ਕੇ ਖਾਲੀ ਕਰ ਦੇਣਾ। ਜਿਹੜਾ ਅੰਦਰ ਇਹਦਾ ਝੂਠਾ ਗਿਆਨ ਇਕੱਠਾ ਹੋਇਆ ਨਾ, ਕੂੜਾ, ਉਹਨੂੰ ਬਾਹਰ ਕੱਢਣਾ ਇਹਦਾ ਮਤਲਬ ਹੈ। ਤਾਂ ਗੁਰੂ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਸਾਰੋ ਦਿਵਸ ਡੋਲਤ ਬਨ ਮਈਆ ਅਜੂ ਨਾ ਪੇਟ ਅਗਈ ਹੈ। ਨਹੀਂ ਤ੍ਰਿਪਤ ਹੋ ਸਕਦਾ, ਦੁਨੀਆ ਵਿੱਚ ਇੰਨਾ ਭੋਗ ਪਾਇਆ ਪਰਮਾਤਮਾ ਨੇ, ਰਸ ਪਾਏ ਨੇ, ਸਾਰੇ ਤੇਰੇ ਵਾਸਤੇ ਨਹੀਂ ਹਨ। ਸਤਿਗੁਰੂ ਨੇ ਬਚਨ ਕੀਤੇ, ਐਸੇ ਮਨੁੱਖ, ਐਸੇ ਬਲਦ ਜਿਹੜੇ ਉਹਦੇ ਹੁਕਮ ਤੋਂ ਬਾਹਰ ਜਾਂਦੇ ਨੇ, ਉਹ ਪਰਮਾਤਮਾ ਦੀ ਨੱਥ ਨੂੰ ਨਹੀਂ ਪਹਿਚਾਣਦੇ, ਹੁਕਮ ਤੋਂ ਆਕੀ ਹੋ ਜਾਂਦੇ ਨੇ, ਉਹਨਾਂ ਦਾ ਜੀਵਨ ਸਫਲ ਨਹੀਂ ਹੁੰਦਾ। ਨੱਕ ਨੱਥ ਵੇਖ ਆਪਣੇ ਜੀਵਨ ਨੂੰ, ਤੇਰੇ ਜੀਵਨ ਨੂੰ ਵਾਹਿਗੁਰੂ ਨੇ ਇੱਕ ਹੁਕਮ ਰੂਪੀ ਨੱਥ ਪਾਈ ਹੋਈ ਹੈ। ਗੁਰੂ ਦੇ ਹੁਕਮ ਵਿੱਚ ਤੁਰੇਗਾ। ਸਵਾਲ ਖੜਾ ਹੁੰਦਾ ਹੈ, ਉਸ ਨੱਥ ਨੂੰ ਕਿਵੇਂ ਵੇਖੀਏ, ਕਿੱਧਰ ਖਿੱਚ ਰਿਹਾ ਹੈ? ਸਾਰਾ ਕੁਝ ਤੇ ਅਦ੍ਰਿਸ਼ ਹੈ ਨਾ, ਦਿਸਣ ਵਾਲਾ ਨਹੀਂ। ਕਿਵੇਂ ਪਤਾ ਲੱਗੇ ਰੱਬ ਨੇ ਸਾਡੇ ਨਕੇਲ ਪਾਈ ਹੋਈ ਹੈ? ਤਾਂ ਤਰੀਕਾ ਹੈ ਸਿਰਫ ਇੱਕ, ਜੇ ਵੇਖਣੀ ਹੈ ਤੇ ਵੇਖ ਸਕਦੇ ਹੋ। ਇਸ ਤਰ੍ਹਾਂ ਨਹੀਂ ਦਿਸੇਗੀ ਔਰ ਗਲਤ ਜਾਵਾਂਗੇ। ਜਦੋਂ ਉਹ ਖਿੱਚੇਗਾ ਸਾਨੂੰ ਪਤਾ ਹੀ ਨਹੀਂ ਲੱਗੇਗਾ ਕਿੱਧਰ ਲਿਜਾਉਣਾ ਚਾਹੁੰਦਾ। ਕੋਈ ਸਿੱਧੀ ਤੇ ਪਾਈ ਨਹੀਂ ਨਾ ਹੋਈ ਰੱਸੀ ਲੈ ਕੇ ਬਾਜ਼ਾਰ ਵਿੱਚੋਂ, ਤਾਂ ਉਹ ਅਦ੍ਰਿਸ਼ ਹੈ, ਸਾਨੂੰ ਨਹੀਂ ਦਿਸੇਗੀ। ਉਹ ਨਕੇਲ, ਉਹ ਨੱਥ ਕਦੋਂ ਦਿਸੇਗੀ? ਜਦੋਂ ਅਸੀਂ ਆਪਣੇ ਜੀਵਨ ਵਿੱਚ ਗੁਰੂ ਦੇ ਹੁਕਮ ਰੂਪੀ ਨੱਥ ਨੂੰ ਪਾ ਲਵਾਂਗੇ। ਗੁਰੂ ਦਾ ਹੁਕਮ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਇਹਦੇ ਅਨੁਸਾਰ ਚੱਲਣ ਲੱਗ ਪਾਵਾਂਗੇ। ਜਿਵੇਂ ਜਿਵੇਂ ਗੁਰੂ ਨੇ ਕਿਹਾ ਉਸ ਤਰ੍ਹਾਂ ਜੀਵਾਂਗੇ, ਤੇ ਸਮਾਂ ਪਾ ਕੇ ਇੱਕ ਦਿਨ ਵਕਤ ਆਏਗਾ, ਸਾਨੂੰ ਪਰਮਾਤਮਾ ਦੀ ਨੱਥ ਦਿਸਣੀ ਸ਼ੁਰੂ ਹੋਏਗੀ ਕਿ ਪਰਮਾਤਮਾ ਸਾਡੇ ਤੋਂ ਕੀ ਕਰਾਉਣਾ ਚਾਹੁੰਦਾ ਹੈ। ਪਹਿਲਾਂ ਗੁਰੂ ਦੇ ਹੁਕਮ ਵਿੱਚ ਤੁਰੀਏ। ਸਭ ਤੋਂ ਪਹਿਲਾ ਡੰਡਾ ਇਹ ਹੈ, ਗੁਰੂ ਜਿਵੇਂ ਕਹਿੰਦਾ ਉਸ ਤਰ੍ਹਾਂ ਕਰੀ ਜਾਣਾ। ਜਿਵੇਂ ਗੁਰੂ ਅੰਗਦ ਦੇਵ ਜੀ ਨੇ ਕੀਤਾ, ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ, ਕਰੀ ਗਏ ਬਿਲਕੁਲ, ਕੋਈ ਜਵਾਬ ਨਹੀਂ ਦਿੱਤਾ। ਜਿੱਧਰ ਨੂੰ ਉਹਨਾਂ ਨੇ ਤੋਰਿਆ ਵਹਿ ਗਏ, ਜਿੱਧਰ ਨੂੰ ਉਹਨਾਂ ਨੇ ਭੇਜਿਆ ਚਲੇ ਗਏ। ਜਿਹੜਾ ਕੰਮ ਕਿਹਾ ਉਹ ਹੀ ਕਰ ਲਿਆ, ਮੁੜ ਕੇ ਪੁੱਛਿਆ ਤੱਕ ਨਹੀਂ ਇਹ ਕਿਉਂ ਕਰਨਾ ਹੈ। ਤਾਂ ਜਿਸ ਦਿਨ ਉਹਨਾਂ ਨੇ ਪੂਰੀ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਹੁਕਮ ਨੂੰ ਮੰਨ ਲਿਆ, ਉਸੇ ਤਰ੍ਹਾਂ ਜੀਵਨ ਨੂੰ ਜੀਵਿਆ, ਤਾਂ ਜਿਉਂਦਿਆਂ ਜਿਉਂਦਿਆਂ ਇੱਕ ਦਿਨ ਐਸਾ ਆਇਆ ਕਿ ਜਿਸ ਦਿਨ ਗੁਰੂ ਅੰਗਦ ਦੇਵ ਜੀ ਨੂੰ ਸਾਰੇ ਮਨੁੱਖਾਂ ਦੇ ਨੱਕਾਂ ਵਿੱਚ ਪਈ ਹੋਈ ਪਰਮਾਤਮਾ ਦੀ ਅਦ੍ਰਿਸ਼ ਹੁਕਮ ਰੂਪੀ ਨਕੇਲ ਦਿਸ ਪਈ ਵੀ ਉਹ ਕਿਵੇਂ ਸਾਨੂੰ ਚਲਾਉਣਾ ਚਾਹੁੰਦਾ, ਕਿਵੇਂ ਕਰਨਾ ਚਾਹੁੰਦਾ। ਤਾਂ ਜਿੰਨਾ ਚਿਰ ਹੁਕਮ ਤੱਕ ਨਹੀਂ ਪਹੁੰਚਦਾ ਉਹਨਾਂ ਚਿਰ ਧਰਮ ਨੂੰ ਨਹੀਂ ਸਮਝ ਸਕਦਾ। ਗੁਰੂ ਸਾਹਿਬ ਨੇ ਜਪਜੀ ਸਾਹਿਬ ਦੀ ਪਹਿਲੀਆਂ ਪੌੜੀਆਂ ਵਿੱਚ ਇਸੇ ਦਾ ਜ਼ਿਕਰ ਕੀਤਾ ਹੈ। ਕਹਿਣ ਲੱਗੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸ਼ਬਦ ਬਹੁਤ ਪਿਆਰਾ ਹੈ। ਆਪ ਜੀ ਸ਼ਾਇਦ ਪੜ੍ਹਦੇ ਹੋਗੇ ਇਸ ਪੰਕਤੀ ਤੇ ਰੁਕ ਕੇ ਪੜ੍ਹਨਾ ਵਾਰ-ਵਾਰ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਵਿੱਚ ਤੁਰ, ਮਹਾਰਾਜ ਕਿੱਥੇ ਲਿਖਿਆ ਹੋਇਆ? ਜਿਵੇਂ ਆਪਾਂ ਕਹੀ ਨਾ, ਫਲਾਣੇ ਬੰਦੇ ਨੇ ਤੈਨੂੰ ਇਹ ਸੁਨੇਹਾ ਭੇਜਿਆ ਵੀ ਤੂੰ ਇਹ ਕਰ, ਇਹ ਕੰਮ ਤੂੰ ਕਰਨਾ ਹੈ, ਤਾਂ ਬੰਦਾ ਉਸੇ ਵੇਲੇ ਕਹੇਗਾ ਵੀ ਉਹਨਾਂ ਨੇ ਲਿਖ ਕੇ ਭੇਜਿਆ ਕਿਤੇ, ਕੋਈ ਪੱਤਰ ਦਿਓ, ਕੋਈ ਚਿੱਠੀ ਜਿਹਦੇ ਉੱਤੇ ਮੈਨੂੰ ਹੁਕਮ ਲਿਖ ਕੇ ਭੇਜਿਆ ਗਿਆ, ਤਾਂ ਉਸ ਪੱਤਰ ਨੂੰ ਵੇਖ ਕੇ ਫਿਰ ਉਹ ਕੰਮ ਕਰੇਗਾ, ਉਸ ਨਕਸ਼ੇ ਨੂੰ ਦੇਖ ਕੇ। ਤਾਂ ਗੁਰੂ ਸਾਹਿਬ ਨੇ ਕਿਹਾ, ਹੁਕਮ ਰਜਾਈ ਚੱਲਣਾ। ਜੇ ਤੂੰ ਜੀਵਨ ਦਾ ਸੁੱਖ ਲੱਭਣਾ ਹੈ ਤੇ ਹੁਕਮ ਵਿੱਚ ਤੁਰ। ਕਿੱਥੇ ਹੈ ਹੁਕਮ ਉਹਦਾ?
ਮੈਨੂੰ ਦੱਸੋ ਕਿਹੜੀ ਥਾਂ ਤੇ ਪੜ੍ਹ ਲਵਾਂ। ਸਾਹਿਬ ਨੇ ਕਿਹਾ, ਨਾਨਕ ਲਿਖਿਆ ਨਾਲ ਤੇਰੇ ਮਨ ਦੇ ਨਾਲ ਲਿਖਿਆ ਹੋਇਆ ਹੈ। ਜਿੱਥੇ ਤੂੰ ਹੈ ਨਾ, ਤੇਰਾ ਮਨ ਹੈ ਜਿੱਥੇ ਅੰਦਰ, ਬਿਲਕੁਲ ਨਾਲ ਵੇਖ, ਉੱਥੇ ਲਿਖਿਆ ਹੋਇਆ ਹੈ। ਔਰ ਤਾਂ ਹੀ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਹਾ ਵੀ ਅੰਤਰਮੁਖੀ ਹੋਵੋ, ਆਪਣੇ ਮਨ ਨੂੰ ਵੇਖੋ, ਆਪਣੇ ਆਪੇ ਨੂੰ ਵੇਖੋ। ਕਿਉਂ? ਕਿਉਂਕਿ ਜਿੱਥੋਂ ਗੱਲ ਸ਼ੁਰੂ ਹੋਣੀ ਉਹ ਨਾਨਕ ਲਿਖਿਆ ਨਾਲ, ਤੁਹਾਡੇ ਨਾਲ ਲਿਖਿਆ ਹੋਇਆ ਹੈ। ਹੁਣ ਮਨ ਨੂੰ ਤੇ ਕਦੀ ਵੇਖੀ ਨਹੀਂ, ਮਨ ਦੀ ਤਾਂ ਗੱਲ ਹੀ ਕੋਈ ਨਹੀਂ ਚੱਲਦੀ ਧਰਮ ਦੇ ਵਿੱਚ। ਸਾਰੀ ਸਰੀਰ ਦੀ ਤਾਂ ਗੱਲ ਚੱਲ ਰਹੀ ਹੈ, ਸਾਰੇ ਬਾਹਰਲੇ ਤੇ ਮਾਰੇ ਬਕਾਰੇ ਨੇ, ਮਨ ਦੀ ਕੋਈ ਗੱਲ ਨਹੀਂ ਹੈ। ਸਾਰੀ ਗੱਲ ਸਰੀਰ ਦੀ ਚੱਲ ਰਹੀ ਹੈ, ਸਾਰੀਆਂ ਗੱਲਾਂ ਸਰੀਰਕ ਲੋੜਾਂ ਦੀਆਂ ਚੱਲ ਰਹੀਆਂ ਨੇ, ਸਾਰੀਆਂ ਗੱਲਾਂ ਰਿੱਧੀਆਂ ਸਿੱਧੀਆਂ ਦੀਆਂ ਚੱਲ ਰਹੀਆਂ ਨੇ। ਠੀਕ ਹੈ, ਚੰਗਾ ਹੈ ਸਾਰਾ ਬਾਹਰਲਾ ਸਿਸਟਮ ਜਿਹੜਾ ਹੈ, ਬਾਹਰਲੇ ਕਰਮ, ਲੰਗਰ ਲਾਉਣਾ, ਸੇਵਾ ਕਰਨੀ, ਜੋੜੇ ਝਾੜਨੇ, ਮਾਂਜਾ ਫੇਰਨਾ, ਬੜੇ ਵੱਡੇ ਕਰਮ ਨੇ। ਪਰ ਕਾਹਦੇ ਵਾਸਤੇ ਜੋੜੇ ਝਾੜੇ ਜਾ ਰਹੇ ਨੇ? ਉਹਦਾ ਪ੍ਰਯੋਜਨ ਕੀ ਹੈ? ਗੱਲ ਤਾਂ ਇੱਥੇ ਖੜੀ ਹੈ ਨਾ, ਪ੍ਰਯੋਜਨ ਕੀ ਹੈ ਉਸਦਾ? ਜੋ ਕੁਝ ਅਸੀਂ ਕਰਮ ਕਰ ਰਹੇ ਹਾਂ ਉਹ ਕਰਮ ਚੰਗਾ ਤਾਂ ਹੋਵੇਗਾ ਜੇ ਉਹਦਾ ਨਿਸ਼ਾਨਾ ਠੀਕ ਹੈ। ਤਾਂ ਜੇ ਨਿਸ਼ਾਨਾ ਠੀਕ ਨਹੀਂ ਤੇ ਕਰਮ ਕਿਵੇਂ ਚੰਗਾ ਹੈ? ਕਰਮ ਕੋਈ ਚੰਗੇ ਤੋਂ ਚੰਗਾ ਕਰ ਲਓ, ਇਹ ਨਾ ਸਮਝਣਾ ਵੀ ਇਹ ਚੰਗਾ ਹੈ। ਉਹ ਚੰਗਾ ਕਰਮ ਚੰਗਾ ਤਾਂ ਹੋਵੇਗਾ ਜੇ ਉਹਨੂੰ ਕਰਕੇ ਜਿਹੜਾ ਫਲ ਮੰਗ ਰਹੇ ਆ ਉਹ ਫਲ ਨਿਸ਼ਾਨਾ ਸਾਡਾ ਠੀਕ ਹੋਵੇਗਾ, ਫਿਰ ਕਰਮ ਸ਼ੁੱਧ ਹੋਵੇਗਾ। ਹੁਣ ਇੱਕ ਆਦਮੀ ਸੇਵਾ ਕਰ ਰਿਹਾ ਹੈ, ਸੇਵਾ ਕਰ ਰਿਹਾ ਕਾਹਦੇ ਵਾਸਤੇ? 40 ਦਿਨ ਜੋੜੇ ਝਾੜ ਰਿਹਾ ਹੈ। ਉਹ ਕਾਹਦੇ ਵਾਸਤੇ ਹੈ? ਕਿ ਮੇਰੀ ਜਿਹੜੀ ਦੁਕਾਨ ਹੈ ਉਹਦੇ ਸਾਹਮਣੇ ਦੂਜੇ ਦੀ ਦੁਕਾਨ ਹੈ, ਉਹਦੇ ਤੇ ਗ੍ਰਾਹਕਾਂ ਦੀ ਭੀੜ ਲੱਗੀ ਰਹਿੰਦੀ ਹੈ, ਮੇਰੇ ਕੋਲ ਆਉਂਦਾ ਕੋਈ ਨਹੀਂ। ਤਾਂ ਉਹ ਸੇਵਾ ਕਾਹਦੇ ਵਾਸਤੇ ਕਰ ਰਿਹਾ ਹੈ? ਵੀ ਉਧਰਲੇ ਗ੍ਰਾਹਕ ਜਿਹੜੇ ਨੇ ਮੇਰੇ ਵੱਲ ਆ ਜਾਣ। ਇਹ ਨਿਸ਼ਾਨਾ ਸ਼ੁੱਧ ਨਹੀਂ ਹੈ। ਉਹ ਆਪਣੇ ਵਾਸਤੇ ਕਰੇ ਤਾਂ ਸ਼ੁੱਧ ਹੈ। ਇਸ ਲਈ ਗੁਰਮਤਿ ਵਿੱਚ ਇੱਕ ਲਫ਼ਜ਼ ਵਰਤਿਆ ਗਿਆ, ਉੱਥੇ ਇਹ ਸ਼ਬਦ ਨਹੀਂ ਕਿਹਾ ਗਿਆ ਮੈਨੂੰ ਮਾਇਆ ਚਾਹੀਦੀ ਏ, ਮੈਨੂੰ ਇਹ ਚਾਹੀਦਾ ਹੈ। ਇੱਕੋ ਲਫ਼ਜ਼ ਵਿੱਚ ਸਾਰਾ ਕੁਝ ਗੁਰਮਤਿ ਨੇ ਬੰਦ ਕਰ ਦਿੱਤਾ। ਉਹ ਲਫ਼ਜ਼ ਹੈ ਕਿ ਸਤਿਗੁਰੂ ਕਿਰਪਾ ਕਰਨੀ, ਬਰਕਤ ਬਖਸ਼ ਦਿਓ। ਬਰਕਤ ਦੇ ਵਿੱਚ ਕਿਸੇ ਦਾ ਨੁਕਸਾਨ ਨਹੀਂ, ਆਪਣਾ ਫਾਇਦਾ ਹੋ ਸਕਦਾ ਹੈ। ਤਾਂ ਸੇਵਾ ਕਰਨੀ ਕਿਸ ਵਾਸਤੇ ਹੈ? ਨਿਸ਼ਾਨਾ ਕਾਹਦਾ ਹੈ? ਗੱਲ ਇੱਥੇ ਖੜੀ ਹੈ। ਇਸ ਲਈ ਮਨ ਦੀ ਸਾਰੀ ਕਹਾਣੀ ਹੈ ਧਰਮ। ਮਨ ਨੂੰ ਬੰਦਾ ਜਿਹੜਾ ਖੋਜਦਾ ਨਹੀਂ, ਮਨ ਨੂੰ ਤੋੜਦਾ ਨਹੀਂ। ਅੰਦਰ ਲਿਖਿਆ ਹੋਇਆ ਹੈ ਤੇ ਗੁਰੂ ਸਾਹਿਬ ਨੇ ਬਚਨ ਕੀਤੇ, ਨਾਨਕ ਲਿਖਿਆ ਨਾਲ, ਉਹ ਤੇਰੇ ਬਿਲਕੁਲ ਨਾਲ ਲਿਖਿਆ ਹੋਇਆ ਹੈ। ਤੇ ਉਹ ਅੰਦਰ ਜਿਹੜਾ ਹੁਕਮ ਹੈ ਉਹ ਤਾਂ ਤੇਰੀ ਸਮਝ ਵਿੱਚ ਆਏਗਾ, ਤੂੰ ਬਾਹਰੋਂ ਗੁਰੂ ਕਾ ਹੁਕਮ ਮੰਨੇਗਾ ਤਾਂ। ਜੇ ਨਹੀਂ ਮੰਨਦਾ ਫਿਰ ਉਹ ਅੰਦਰਲਾ ਹੁਕਮ ਤੇਰੀ ਸਮਝ ਵਿੱਚ ਨਹੀਂ ਆਏਗਾ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦਿਆ ਬੁਝਾਏ ਜੀਓ। ਤਾਂ ਬਾਹਰੋਂ ਸ਼ਬਦ ਨੂੰ ਜਪ, ਬਾਹਰੋਂ ਨਾਮ ਨੂੰ ਜਪ। ਜਦੋਂ ਬਾਹਰੋਂ ਜਪੇਗਾ ਤੇ ਉਹ ਬਾਹਰਲਾ ਸ਼ਬਦ, ਬਾਹਰਲਾ ਗੁਰੂ ਦਾ ਹੁਕਮ ਤੈਨੂੰ ਅੰਦਰਲੇ ਸ਼ਬਦ ਤੱਕ ਲੈ ਜਾਏਗਾ। ਉੱਥੋਂ ਫਿਰ ਤੈਨੂੰ ਸੁਣਨਾ ਸ਼ੁਰੂ ਹੋ ਜਾਏਗਾ ਜ਼ਿੰਦਗੀ ਦਾ ਗਿਆਨ। ਫਿਰ ਉਹਨਾਂ ਨੂੰ ਪੜ੍ਹਨਾ ਨਹੀਂ ਪਿਆ। ਕਬੀਰ ਜੀ ਜਦੋਂ ਬਾਣੀ ਉਚਾਰੀ ਜਾ ਰਹੇ ਨੇ, ਪੜ੍ਹਨਾ ਨਹੀਂ ਪੈਂਦਾ। ਬੜੇ ਲੋਕ ਉਹਨਾਂ ਨੂੰ ਗ੍ਰੰਥ ਦੇ ਕੇ ਵੀ ਗਏ, ਜ਼ਰੂਰ ਦੇ ਕੇ ਗਏ ਹੋਣਗੇ। ਜਦੋਂ ਕਾਸ਼ੀ ਵਿੱਚ ਉਹਨਾਂ ਨੇ ਬਾਣੀ ਉਚਾਰੀ ਤਾਂ ਬੜੀ ਬਾਣੀ ਉਚਾਰੀ, ਨਿਰੰਤਰ ਸਾਰਾ ਗਿਆਨ ਸੀ। ਕਿਉਂਕਿ ਨਾਮ ਜਪਿਆ, ਹੁਕਮ ਨੂੰ ਸੁਣਿਆ, ਬਾਹਰਲੇ ਨੂੰ ਉਹਦੇ ਅਨੁਸਾਰ ਚੱਲੇ ਤੇ ਅੰਦਰਲਾ ਹੁਕਮ ਸੁਣਨਾ ਸ਼ੁਰੂ ਹੋ ਗਿਆ। ਤੇ ਜੋ ਕੁਝ ਸੁਣਿਆ ਫਿਰ ਬਾਹਰ ਬੋਲਿਆ ਉਹਨਾਂ ਨੇ। ਤਾਂ ਜਦੋਂ ਇਹ ਉਹਨਾਂ ਨੇ ਪਾ ਲਿਆ ਤੇ ਬੜੇ ਲੋਕ ਆਪੋ ਆਪਣੇ ਗ੍ਰੰਥ ਵੀ ਦੇ ਕੇ ਗਏ ਵੀ ਇਹਨੂੰ ਪੜ੍ਹੋ। ਤਾਂ ਉਹਨਾਂ ਨੇ ਜ਼ਰੂਰ ਲੈ ਲਏ, ਇਕੱਠੇ ਕਰ ਲਏ। ਪਰ ਜਿਸ ਦੇ ਅੰਦਰ ਇਹ ਹੁਕਮ ਜਾਗ ਪੈਂਦਾ ਹੈ, ਫਿਰ ਬਾਹਰਲੀਆਂ ਕਿਤਾਬਾਂ ਉਹਦੇ ਵਾਸਤੇ ਮੁਸੀਬਤ ਬਣ ਜਾਂਦੀਆਂ ਨੇ। ਉਹ ਅੰਦਰਲਾ ਹੁਕਮ ਉਹਨਾਂ ਨੂੰ ਪੜ੍ਹਨ ਨਹੀਂ ਦਿੰਦਾ। ਉਹ ਜਦੋਂ ਪੜ੍ਹਨ ਲੱਗਦੇ ਨੇ ਤੇ ਉਹਨਾਂ ਦਾ ਹੁਕਮ ਵਿੱਚ ਖੜਾ ਹੋ ਜਾਂਦਾ ਹੈ। ਤਾਂ ਇਹ ਹੁਕਮ ਕਿਵੇਂ ਜਾਣਿਆ ਜਾਏ? ਪਹਿਲੀ ਪੌੜੀ ਵਿੱਚ ਗੁਰੂ ਸਾਹਿਬ ਨੇ 4 ਤਰ੍ਹਾਂ ਦੇ
ਜਿਹੜੇ ਕਰਮ ਕਰ ਰਿਹਾ ਸੀ ਸੰਸਾਰ, ਉਹਨਾਂ ਚੌਹਾਂ ਨੂੰ ਗਿਣ ਦਿੱਤਾ ਕਿ 4 ਤਰ੍ਹਾਂ ਦੇ ਕਰਮ ਕਰਕੇ ਸੰਸਾਰ ਦੇ ਲੋਕ ਉਸ ਨਾਨਕ ਲਿਖਿਆ ਨਾਲ ਵਾਲੇ ਹੁਕਮ ਨੂੰ ਪਾਣਾ ਚਾਹੁੰਦੇ ਨੇ, ਨਾਮ ਦੀ ਪ੍ਰਾਪਤੀ ਕਰਨੀ ਚਾਹੁੰਦੇ ਨੇ। ਇਸ ਤਰ੍ਹਾਂ ਨਹੀਂ ਮਿਲਦਾ। ਤਾਂ ਉਹਨਾਂ ਆਰੰਭ ਵਿੱਚ ਕਹਿ ਦਿੱਤਾ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਇਸ ਪੌੜੀ ਦੇ ਆਰੰਭ ਵਿੱਚ ਹੈ। ਕੁਝ ਲੋਕ ਤੀਰਥ ਤੇ ਇਸ਼ਨਾਨ ਕਰਕੇ ਉਸ ਹੁਕਮ ਨੂੰ ਲੱਭਣ ਦਾ ਯਤਨ ਕਰ ਰਹੇ ਨੇ, ਨਹੀਂ ਲੱਭੇਗਾ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਕੁਝ ਲੋਕ ਲਗਾਤਾਰ ਚੁੱਪ ਰਹਿ ਕੇ ਨਿਰਵਿਕਲਪ ਸਮਾਧੀ ਦੇ ਅੰਦਰ ਉਸ ਹੁਕਮ ਨੂੰ ਸੁਣਨਾ ਚਾਹ ਰਹੇ ਨੇ, ਨਹੀਂ ਮਿਲੇਗਾ। ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਨਹੀਂ ਸੁਣਿਆ ਜਾਏਗਾ ਹੁਕਮ। ਸਮਾਧੀ ਜਿਹੜੀ ਗੁਰੂ ਸਾਹਿਬ ਨੇ ਕਹੀ ਹੈ, ਆਹ ਤੇ ਸਮਾਧੀਆਂ ਉਹਦੇ ਅੱਗੇ ਛੋਟੀਆਂ ਨੇ, 1-2 ਘੰਟੇ ਦੀ ਗੱਲ, ਕੋਈ 10 ਮਿੰਟ ਦੀ, ਕੋਈ 15 ਮਿੰਟ ਦੀ ਆਰੰਭਤਾ ਹੋ ਸਕਦੀ ਹੈ। ਤਾਂ ਪਰ ਗੁਰੂ ਸਾਹਿਬ ਨੇ ਕਿਹਾ ਵੀ ਜਿਹੜਾ ਪ੍ਰਯੋਜਨ ਹੈ ਨਾ ਸ਼ਬਦ ਤੱਕ ਜਾਣਾ, ਅੰਦਰਲੇ ਤੱਕ, ਉਹ ਇਹਨਾਂ ਸਮਾਧੀਆਂ ਚੁੱਪ ਰਹਿਣ ਨਾਲ ਨਹੀਂ ਹੋ ਸਕਦਾ। ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਜ਼ਿਆਦੇ ਪਦਾਰਥਾਂ ਨਾਲ, ਸੰਸਾਰ ਦੀ ਸ਼ਕਤੀ ਨਾਲ ਵੀ ਉਸ ਹੁਕਮ ਨੂੰ ਨਹੀਂ ਜਾਣਿਆ ਜਾ ਸਕਦਾ, ਭਾਵੇਂ ਪੁਰੀਆਂ ਦੇ ਸਾਰੇ ਪਦਾਰਥ ਇਕੱਠੇ ਕਰ ਲਈ। ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਏ। ਬੰਦਾ ਜਿੰਨਾ ਮਰਜ਼ੀ ਸਿਆਣਾ ਹੋ ਜਾਏ, ਪੜ੍ਹਾਈ ਆ ਜਾਏ, ਵਿਦਿਆ ਆ ਜਾਏ, ਗ੍ਰਾਮਰ ਹੋਵੇ ਉਹਦੇ ਕੋਲ, ਦੁਨੀਆ ਦੀ ਹਰ ਇੱਕ ਭਾਸ਼ਾ ਦਾ ਇਲਮ ਹੋਵੇ, ਪਰ ਉਸ ਸ਼ਬਦ ਨੂੰ ਨਹੀਂ, ਉਸ ਹੁਕਮ ਨੂੰ ਨਹੀਂ ਸੁਣਿਆ ਜਾ ਸਕਦਾ ਜਿਹਨੂੰ ਕਹਿੰਦੇ ਨੇ ਨਾਨਕ ਲਿਖਿਆ ਨਾਲ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਉਹਨੂੰ ਸੁਣਨ ਵਿੱਚ ਇਹ ਚਾਰੇ ਚੀਜ਼ਾਂ ਕਾਮਯਾਬੀ ਨਹੀਂ ਦਿੰਦੀਆਂ। ਜਦੋਂ ਇਹਨਾਂ ਚੌਹਾਂ ਨੂੰ ਖੰਡਿਤ ਕਰ ਦਿੱਤਾ ਤਾਂ ਫਿਰ ਸਿੱਖ ਨੇ ਅਰਦਾਸ ਕੀਤੀ, ਮਹਾਰਾਜ ਉਹਨੂੰ ਕਿਵੇਂ ਸੁਣੀਦਾ ਹੈ? ਤੇ ਇਹ ਲਫ਼ਜ਼ ਜਿਹੜਾ ਨਾ ਵਿੱਚ ਆ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਪਾਲ, ਇਹ ਜਗਿਆਸੂ ਦਾ ਹੈ, ਸਿੱਖ ਦਾ ਹੈ। ਸਵਾਲ ਕੀਤਾ ਉਹਨੇ। ਫਿਰ ਇਹਨਾਂ ਚੌਹਾਂ ਨਾਲ ਤੇ ਹੁੰਦਾ ਨਹੀਂ, ਨਾ ਚੁੱਪ ਰਹਿਣ ਨਾਲ, ਨਾ ਵਰਤ ਰੱਖਣ ਨਾਲ, ਨਾ ਪਦਾਰਥਾਂ ਨਾਲ, ਨਾ ਸਿਆਣਪਾਂ ਨਾਲ, ਨਾ ਵਿਦਿਆ ਨਾਲ, ਨਾ ਤੀਰਥ ਇਸ਼ਨਾਨ ਦੇ ਨਾਲ। ਫਿਰ ਕਿਵੇਂ ਹੋਏਗਾ? ਕਿਵ ਸਚਿਆਰਾ ਹੋਈ ਹੈ। ਤੇ ਗੁਰੂ ਸਾਹਿਬ ਨੇ ਜਵਾਬ ਦਿੱਤਾ, ਹੁਕਮ ਰਜਾਈ ਚੱਲਣਾ। ਜੇ ਤੂੰ ਇਹ ਜਾਣਨਾ ਚਾਹੁੰਦਾ ਜ਼ਿੰਦਗੀ ਦਾ ਰਾਜ, ਤਾਂ ਪਹਿਲਾਂ ਗੁਰੂ ਦੇ ਹੁਕਮ ਨੂੰ ਸਰੀਰ ਤੇ ਢਾਲ ਦੇ। ਜਿਵੇਂ ਜਿਵੇਂ ਗੁਰੂ ਨੇ ਕਿਹਾ, ਵਿਆਖਿਆ ਕੀਤੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਗੁਰਸਿੱਖ ਦੇ ਜੀਵਨ ਦੀਆਂ ਜੁਗਤਾਂ ਦੱਸੀਆਂ। ਹਉ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੇ, ਭਾਈ ਗੁਰਦਾਸ ਜੀ। ਨਿਮਰਤਾ, ਨਿਵਾਨਤਾ। ਨਿਮਰਤਾ ਦੇ ਅਰਥ, ਇਹ ਬੜਾ ਲੰਬਾ ਵਿਸ਼ਾ ਹੈ। ਨਿਮਰਤਾ ਦੇ ਇਹ ਅਰਥ ਨਹੀਂ ਮੂੰਹੋਂ ਬੋਲੀ ਜਾਣਾ। ਜਿਹੜੀ ਮੂੰਹ ਤੋਂ ਬਣਾਈ ਹੋਈ ਨਿਮਰਤਾ ਧੋਖਾ ਹੈ ਜ਼ਿੰਦਗੀ ਦੇ ਨਾਲ। ਇਸ ਕਰਕੇ ਮੂੰਹ ਦੀ ਨਿਮਰਤਾ ਧੋਖਾ ਹੁੰਦੀ ਹੈ, ਹਮੇਸ਼ਾ ਸੱਚਾਈ ਨਹੀਂ ਹੁੰਦੀ। ਉਹ ਸ਼ਬਦ ਕੱਚੇ ਹੁੰਦੇ ਨੇ, ਸ਼ਬਦ ਉਹ ਪੱਕੇ ਨਹੀਂ ਹੋਣਗੇ। ਜਿਹੜੇ ਬਨਾਉਟੀ ਹੋਣਗੇ, ਜਿਹੜੇ ਬਣਾਏ ਹੋਣਗੇ, ਜਿਹੜੇ ਦਿਮਾਗ ਦਾ ਗਿਆਨ ਹੋਣਗੇ, ਦਿਮਾਗ ਦੀ ਨਿਮਰਤਾ ਹੋਏਗੀ, ਉਹ ਕੱਚੇ ਹੋਣਗੇ, ਸ਼ਬਦ ਪੱਕੇ ਨਹੀਂ ਰਹਿਣਗੇ। ਉਹ ਆਦਮੀ ਕਰੇਗਾ, ਖਿਸਕ ਜਾਏਗਾ, ਬਦਲ ਜਾਏਗਾ ਝਟ। ਉਹ ਬਚਨ ਤੇ ਨਹੀਂ ਰਹੇਗਾ, ਕਿਉਂਕਿ ਅਜੇ ਉਹ ਸ਼ਬਦ ਜਿਹੜੇ ਨੇ ਉਸ ਡੂੰਘੇ ਥਾਂ ਤੋਂ ਨਹੀਂ ਆਏ, ਉਹ ਬਾਹਰੋਂ ਨਿਕਲੇ ਸਨ। ਤਾਂ ਸਤਿਗੁਰੂ ਨੇ ਬਚਨ ਕੀਤੇ ਕਿ ਹੁਕਮ ਰਜਾਈ, ਹਉ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੇ। ਆਪਣੇ ਆਪ ਨੂੰ ਗੁਰੂ ਦੇ ਅੱਗੇ ਲੀਨ ਕਰ ਦੇਣਾ, ਛੱਡ ਦੇਣਾ, ਸੌਂਪ ਦੇਣਾ। ਇਹ ਹੈ ਹੁਕਮ ਵਿੱਚ, ਹੁਕਮ ਦਾ ਪਹਿਲਾ ਨੁਕਤਾ। ਆਪਣਾ ਜੀਵਨ ਉਹਦੇ ਹੱਥਾਂ ਵਿੱਚ ਦੇ ਦੇਣਾ। ਮੇਰਾ ਜਿਉਣਾ, ਕੰਮ ਕਰਨਾ, ਸਰੀਰ, ਇਹ ਜਿਵੇਂ ਚੱਲੇਗਾ ਹੁਣ ਤੁਹਾਡੇ ਹੱਥ ਵਿੱਚ ਹੈ। ਭਾਵੇਂ ਇਹਦੇ ਵਿੱਚ ਲਾਭ ਹੋਵੇ, ਹਾਨੀ ਹੋਵੇ, ਨਫਾ ਹੋਵੇ, ਨੁਕਸਾਨ ਹੋਵੇ, ਜੋ ਕੁਝ ਵੀ ਆਵੇਗਾ ਤੁਹਾਡੇ ਹੁਕਮ ਵਿੱਚ ਮੈਂ ਜੀ ਰਿਹਾ,
ਜਿੱਦਣ ਹੁਕਮ ਆਏਗਾ ਮੌਤ ਦਾ ਮੇਰੇ ਵੱਲੋਂ ਕੋਈ ਇਨਕਾਰ ਨਹੀਂ ਹੈ, ਉਹ ਤਿਆਰ ਰਹੇਗਾ। ਇੰਨਾ ਸਮਰਪਿਤ ਤਾਂ ਬੇਨਤੀ ਕਰ ਰਿਹਾ ਸੀ। ਇਹ ਨੁਕਤੇ ਦੱਸੇ ਨੇ, ਹਉ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੈ, ਹੁਕਮ ਹੈ ਗੁਰੂ ਦਾ। ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਹਉ ਤਿਸ ਘੋਲ ਘੁਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ, ਹਉ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੇ, ਹਉ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਉਠਾਵੇ, ਗੁਰਮੁਖ ਸੋਈ ਸਹਿਜ ਸੁਮਾਵੇ। ਇਹ ਗੁਰੂ ਦਾ ਹੁਕਮ ਹੈ। ਜਿੱਦਣ ਇਹ ਮੰਨ ਲਿਆ ਉਦਣ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਇਸ ਕਰਕੇ ਗੁਰੂ ਅੰਗਦ ਦੇਵ ਜੀ ਕਹਿ ਰਹੇ ਨੇ, ਨੱਕ ਨੱਥ ਖਸਮ ਹੱਥ, ਹੁਕਮ ਰੂਪੀ ਨਕੇਲ ਨੱਥ ਸਾਰੇ ਜੀਵਾਂ ਦੇ ਨੱਕ ਵਿੱਚ ਪਰਮਾਤਮਾ ਨੇ ਪਾਈ ਹੋਈ ਹੈ। ਕਿਰਤ ਧੱਕੇ ਦੇ, ਪਰ ਜਿਹੜੇ ਉਹ ਕਰਮ ਗੁਰੂ ਦੇ ਮਾਰਗ ਤੋਂ ਦੂਰ ਜਾ ਕੇ ਕਰਦਾ ਹੈ, ਉਹ ਆਪਣੇ ਢੰਗ ਨਾਲ ਉਹਨੂੰ ਧੱਕੇ ਦਿੰਦੇ ਨੇ। ਪਰਮਾਤਮਾ ਦੀ ਨਕੇਲ ਤਾਂ ਧਾਰਮਿਕ ਹੈ ਨਾ, ਨੱਥ ਜਿਹੜੀ ਹੈ ਧਰਮ ਵਾਲੇ ਪਾਸੇ ਲੈ ਕੇ ਜਾਂਦੀ ਹੈ। ਪਰ ਜੇ ਅਸੀਂ ਗੁਰੂ ਦੇ ਮਾਰਗ ਤੋਂ ਦੂਰ ਜਾ ਕੇ ਜਿਹੜੇ ਕਰਮ ਕਰਾਂਗੇ, ਉਹ ਦੂਜੇ ਪਾਸੇ ਖਿੱਚ ਕੇ ਲੈ ਕੇ ਜਾਣਗੇ। ਹੁਣ ਨੱਥ ਵਾਲਾ ਇੱਧਰ ਖਿੱਚ ਰਿਹਾ ਹੈ, ਕਰਮ ਸਾਡੇ ਦੂਜੇ ਪਾਸੇ ਖਿੱਚ ਰਹੇ ਨੇ। ਵਿਰੋਧ ਹੋ ਗਿਆ ਨਾ, ਖਿੱਚਾਤਾਣ ਹੋ ਗਈ, ਤਾਂ ਉੱਥੇ ਫਿਰ ਨੱਥ ਟੁੱਟਣ ਦੀ ਸੰਭਾਵਨਾ ਹੈ। ਨਾ ਟੁੱਟੇਗੀ ਤਾਂ ਦੁੱਖ ਤਾਂ ਬਣਿਆ ਰਹੇਗਾ ਨਾ। ਨੱਥ ਵਾਲਾ ਇੱਧਰ ਖਿੱਚੀ ਜਾਂਦਾ, ਕਰਮ ਦੂਜੇ ਪਾਸੇ ਲਈ ਜਾਂਦੇ। ਕਰਮ ਠੀਕ ਨਹੀਂ ਕਰਦੇ, ਅਸੀਂ ਗਲਤ ਰਾਹ ਤੇ ਜਾ ਰਹੇ। ਤਾਂ ਇਹਦੇ ਵਿੱਚ ਵਿਰੋਧ ਨਹੀਂ ਹੋਣਾ ਚਾਹੀਦਾ। ਪਰਮਾਤਮਾ ਦੀ ਮਰਜ਼ੀ ਤੇ ਸਾਡੇ ਕਰਮ ਇਕੱਠੇ ਹੋ ਜਾਣੇ ਚਾਹੀਦੇ, ਜੀਵਨ ਸਿੱਧਾ ਤੁਰੇਗਾ। ਫਿਰ ਵਿਰੋਧਤਾ ਨਹੀਂ ਹੋਏਗੀ ਜੀਵਨ ਵਿੱਚ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਇਸ ਤਰ੍ਹਾਂ ਉਹਨੇ ਆਪਣੇ ਹੁਕਮ ਵਿੱਚ ਜਿੱਥੇ ਜਿੱਥੇ ਮਨੁੱਖ ਦੇ ਦਾਣੇ ਲਿਖੇ ਨੇ, ਉੱਥੇ ਉੱਥੇ ਜਾ ਕੇ ਚੁਗਦਾ ਹੈ, ਖਾਂਦਾ ਹੈ। ਇਹ ਇੱਕ ਅਟਲ ਸਚਾਈ ਹੈ। ਪਰ ਸਭ ਕੁਝ ਉਹ ਫਿਕਸ ਕਰਨ ਵਾਲਾ ਹੈ, ਸਭ ਕੁਝ ਉਹਨੇ ਬਣਾਇਆ ਹੋਇਆ ਹੈ। ਅਸੀਂ ਕਿੱਥੇ ਕਿੱਥੇ ਜਾਣਾ ਹੈ, ਕਿਹੜੀ ਥਾਂ ਤੇ ਕੀ ਕੀ ਖਾਣਾ ਹੈ, ਕਿੱਥੇ ਰਹਿਣਾ ਹੈ, ਕਿਹੜੇ ਲੋਕਾਂ ਨੂੰ ਮਿਲਣਾ ਹੈ। ਪਰ ਇੱਕ ਗੱਲ ਯਾਦ ਰੱਖਣਾ, ਜਿਹੜਾ ਬਣਾ ਸਕਦਾ ਹੈ ਉਹ ਬਦਲ ਵੀ ਸਕਦਾ ਹੈ। ਬਣਾ ਲੈਂਦਾ ਉਹ, ਅਧਿਕਾਰੀ ਹੈ ਨਾ ਪਰਮਾਤਮਾ। ਹੁਣ ਕਾਨੂੰਨ ਪਾਸ ਕੀਤਾ ਹੈ, ਤੇ ਜੇ ਸਰਕਾਰ ਨੇ ਵੇਖਿਆ ਵੀ ਨੁਕਸਾਨ ਹੁੰਦਾ ਹੈ ਤੇ ਦੂਜੇ ਦਿਨ ਭੰਗ ਕਰਕੇ ਨਵਾਂ ਵੀ ਬਣਾ ਦੇਗੀ। ਇਸ ਕਰਕੇ ਗੁਰਮਤਿ ਜੋਤਿਸ਼ ਨੂੰ ਨਹੀਂ ਮੰਨਦੀ। ਧਿਆਨ ਦੇਣਾ, ਜੋਤਿਸ਼ ਇੱਕ ਵਿਦਿਆ ਹੈ, ਔਰ ਇੱਕ ਵਿਦਿਆ ਬੜੇ ਢੰਗ ਨਾਲ ਬਣਾਈ ਗਈ ਹੈ। ਆਦਮੀ ਦੀਆਂ ਜਿਹੜੀਆਂ ਰੇਖਾਵਾਂ ਨੇ, ਉਹਦੇ ਢੰਗ ਨਾਲ ਕਹਿਣਾ ਵੀ ਇਸ ਤਰ੍ਹਾਂ ਹੋਏਗਾ, ਬਿਲਕੁਲ ਠੀਕ ਹੈ। ਰੇਖਾਵਾਂ ਨਾਲ ਸੰਬੰਧਿਤ ਹੈ ਜੀਵਨ ਬੰਦੇ ਦਾ। ਪਰ ਗੁਰੂ ਸਾਹਿਬ ਨੇ ਕਿਹਾ, ਜਿੰਨੇ ਰੇਖਾਵਾਂ ਅੰਜ ਦੀਆਂ ਖਿੱਚੀਆਂ ਨੇ, ਇਸ ਪਾਸੇ ਨੂੰ ਖਿੱਚੀਆਂ ਨੇ, ਉਹਦੇ ਕੋਲ ਇਹ ਵੀ ਅਧਿਕਾਰ ਹੈ, ਉਹ ਦੂਸਰੇ ਪਾਸੇ ਦੀਆਂ ਵੀ ਕਰ ਸਕਦਾ ਹੈ, ਬਦਲ ਸਕਦਾ ਹੈ ਨਾ ਉਹ। ਜੋਤਿਸ਼ ਆਪਣੇ ਆਪ ਦੇ ਇੱਕ ਵਿੱਚ ਵਿਦਿਆ ਹੈ, ਉਹ ਹੋ ਸਕਦੀ ਹੈ। ਬੜੇ ਬੜੇ ਜੋਤਸ਼ੀ ਨੇ, ਉਹ ਦੱਸਦੇ ਨੇ ਇਸ ਤਰ੍ਹਾਂ ਹੋਵੇਗਾ, ਪਰ ਤੁਸੀਂ ਵੇਖਿਆ ਹੋਵੇਗਾ ਕਈ ਵਾਰੀ ਨਹੀਂ ਹੁੰਦਾ, ਜ਼ਿਆਦੀ ਵਾਰੀ ਨਹੀਂ ਹੁੰਦਾ। ਕਿਉਂਕਿ ਸਾਹਿਬ ਮੇਰਾ ਨੀਤ ਨਵਾਂ, ਉਹ ਬੱਝਾ ਨਹੀਂ ਕਿਸੇ ਵਿਦਿਆ ਦਾ ਸਾਡੀ ਦਾ। ਜਿੱਦਣ ਉਹਦਾ ਮਨ ਆਇਆ, ਕੀ ਪਤਾ ਸਵੇਰੇ ਮਰਜ਼ੀ ਆ ਜਾਏ, ਇਸ ਬੰਦੇ ਦੇ ਭਾਗ ਬਦਲ ਜਾਣਗੇ। ਗੁਰਮਤ ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਮੰਨਦੀ? ਉਹ ਪਰਮਾਤਮਾ ਤੇ ਵਿਸ਼ਵਾਸ ਜਗਾਉਣ ਦਾ ਕਾਰਨ ਇਹ ਹੈ ਕਿ ਵਾਹਿਗੁਰੂ ਬਦਲ ਸਕਦਾ ਹੈ, ਚੇਂਜ ਲਿਆ ਸਕਦਾ ਹੈ। ਇਸ ਕਰਕੇ ਕਦੀ ਸਿੱਖ ਅੰਧ ਵਿਸ਼ਵਾਸੀ ਨਹੀਂ ਹੁੰਦਾ। ਕੱਲੀ ਕਿਸਮਤ ਤੇ ਡਿਪੈਂਡ ਨਹੀਂ ਕਰਦਾ। ਉਹਨੂੰ ਪਤਾ ਵੀ ਉਹਦਾ ਗੁਰੂ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ 7 ਪੁੱਤਰ ਲਿਖ ਦਿੱਤੇ ਸਨ ਸੁਲੱਖਣੀ ਦੇ, ਪਹਿਲਾਂ ਕਿਹਾ ਸੀ ਇੱਕ ਵੀ ਨਹੀਂ। ਉਹਨੇ ਕਿਹਾ ਮਹਾਰਾਜ ਕਿਉਂ ਨਹੀਂ? ਤੇ ਉਹਨਾਂ ਨੇ ਕਿਹਾ ਲਿਖੇ ਨਹੀਂ ਹੋਏ, ਮੱਥੇ ਦੇ ਲੇਖ ਨੇ ਨਾ, ਲਿਖੇ ਨਹੀਂ ਤੇਰੇ ਭਾਗਾਂ ਵਿੱਚ। ਤਾਂ ਉਸ ਬੀਬੀ ਨੇ ਬੇਨਤੀ ਕੀਤੀ, ਮਹਾਰਾਜ ਜੇ ਉੱਥੇ ਨਹੀਂ ਸਮਾਂ ਲੱਗਾ ਲਿਖਣ ਦਾ, ਇੱਥੇ ਲਿਖ ਦਿਓ। ਤੁਸੀਂ ਲਿਖ ਸਕਦੇ ਹੋ, ਮਿਟੇ ਵੀ ਸਕਦੇ ਹੋ, ਸਭ ਕੁਝ ਕਰ ਸਕਦੇ ਹੋ। ਗੁਰੂ ਸਮਰੱਥ ਹੈ, ਪਰ ਉਹਨੇ ਇੱਕ ਜੀਵਨ ਫਿਕਸ ਕੀਤਾ ਹੋਇਆ। ਜਿੱਥੇ ਦੋਵੇਂ ਚੀਜ਼ਾਂ ਮਿਲ ਜਾਂਦੀਆਂ ਨੇ, ਉੱਥੇ ਜੀਵਨ ਦੀ ਸਮਝ ਆ ਜਾਂਦੀ ਹੈ। ਸੋ ਗੁਰੂ ਅੰਗਦ ਦੇਵ ਜੀ ਕਿਰਪਾ ਕਰਨ, ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। 1-2 ਮਿੰਟ ਵਾਸਤੇ ਸ਼ਬਦ ਨਾਲ ਜੁੜੀਏ।
ਸਾਰਿਆਂ ਨੂੰ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ